ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਮਨਜਿੰਦਰ ਸਿੰਘ ਹਰ ਰਾਏਪੁਰ ਵਾਲੇ ਔਰ ਆਪ ਜੀ ਸਰਬੱਤ ਸੰਗਤਾਂ ਹਰ ਹਫਤੇ ਕਿਸੇ ਨਾ ਕਿਸੇ ਧਾਰਮਿਕ ਪ੍ਰਚਾਰਕ ਸ਼ਖਸੀਅਤ ਦੇ ਨਾਲ ਤੁਸੀਂ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਦੇ ਵਿੱਚ ਅਸੀਂ ਤੁਹਾਡੀ ਸਾਂਝ ਪਵਾਈ ਦੀ ਹੈ, ਤੁਹਾਨੂੰ ਸ਼ਖਸੀਅਤਾਂ ਨਾਲ ਰੂਬਰੂ ਕਰਾਈਦਾ ਹੈ। ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਹਰ ਹਫਤੇ ਮੀਡੀਆ ਹਰ ਰਾਏਪੁਰ ਵਾਲੇ ਚੈਨਲ ਦੇ ਉੱਤੇ ਤੁਸੀਂ ਇਹ ਦੇਖਦੇ ਹੋ ਅਤੇ ਸਾਡੇ ਨਾਲ ਹਰ ਹਫਤੇ ਕੋਈ ਨਾ ਕੋਈ ਧਾਰਮਿਕ ਸਮਾਜਿਕ ਰਾਜਨੀਤਿਕ ਸ਼ਖਸੀਅਤ ਹੁੰਦੀ ਹੈ, ਜਿਨ੍ਹਾਂ ਦੇ ਵਿਚਾਰ ਜਿਨ੍ਹਾਂ ਦੇ ਤਜਰਬੇ ਅਸੀਂ ਤੁਹਾਡੇ ਨਾਲ ਸਾਂਝੇ ਕਰਵਾਈਦੇ ਆ। ਸੋ ਇਸੇ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਬਹੁਤ ਜਿਨ੍ਹਾਂ ਨੇ ਉੱਚ ਕੋਟੀ ਦੇ ਅਸੀਂ ਰਾਗੀ ਸਿੰਘ ਕਹਿ ਲਈਏ, ਮਹਾਂਪੁਰਸ਼ ਕਹਿ ਲਈਏ, ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਅਣਖੀ ਜੀ, ਜਿਨ੍ਹਾਂ ਦੇ ਜਥੇ ਨੂੰ ਸੰਗਤਾਂ ਨੇ ਬਹੁਤ ਪਿਆਰ ਕੀਤਾ ਔਰ ਜਿਨ੍ਹਾਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਸੋ ਅੱਗੇ ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਤਿਕਾਰਯੋਗ ਬਾਬਾ ਭੁਪਿੰਦਰ ਸਿੰਘ ਜੀ ਅਣਖੀ, ਬਾਬਾ ਹਰਜਿੰਦਰ ਸਿੰਘ ਜੀ ਅਣਖੀ, ਸੰਤ ਬਾਬਾ ਰਾਮ ਸਿੰਘ ਜੀ ਅਣਖੀ, ਤਿੰਨਾਂ ਦੇ ਸੁਪੁੱਤਰ ਨੇ ਦੋਨੋਂ ਬਾਬਾ ਜੀ ਹੋਰੀ, ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰਕ ਦੌਰਿਆਂ ਦੇ ਨਾਲ ਸੰਗਤਾਂ ਦੇ ਵਿੱਚ ਵਿਚਰਦੇ ਹੈ ਔਰ ਗੁਰੂ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੋੜਦੇ ਹੈ ਔਰ ਜਿਨ੍ਹਾਂ ਦੇ ਜਥੇ ਨੂੰ ਆਪਾਂ ਅਣਖੀ ਭਰਾਵਾਂ ਦਾ ਜਥਾ ਵੀ ਕਹਿ ਲਈਦਾ ਹੈ, ਮਹਾਂਪੁਰਖਾਂ ਦਾ ਜਥਾ ਵੀ ਕਹਿ ਲਈਦਾ। ਸੋ ਆਓ ਮੈਂ ਆਪ ਜੀ ਨੂੰ ਰੂਬਰੂ ਕਰਾਵਾਂ। ਬਾਬਾ ਜੀ ਬਾਬਾ ਭੁਪਿੰਦਰ ਸਿੰਘ ਜੀ ਆਪ ਜੀ ਦਾ ਸਾਡੇ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਲਈ ਸਮਾਂ ਦਿੱਤਾ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਮਾਣ ਇਹ ਪਿਆਰ ਸੰਗਤਾਂ ਤੋਂ ਸਾਨੂੰ ਦੇ ਰਹੇ ਹੋ। ਅਤੇ ਬਾਬਾ ਜੀ ਇਸ ਪ੍ਰੋਗਰਾਮ ਦੇ ਵਿੱਚ ਹਰ ਹਫਤੇ ਕੋਈ ਨਾ ਕੋਈ ਸ਼ਖਸੀਅਤ, ਕੋਈ ਨਾ ਕੋਈ ਰੱਬ ਦੇ ਪਿਆਰੇ ਮਹਾਂਪੁਰਸ਼ ਸੰਗਤਾਂ ਦੇ ਨਾਲ ਅਸੀਂ ਰੂਬਰੂ ਕਰਾਈਦੇ ਆ। ਉਹਦਾ ਮੰਤਵ ਇੱਕੋ ਹੀ ਹੁੰਦਾ ਹੈ ਵੀ ਜੋ ਅੱਜ ਦੇ ਅਜੋਕੇ ਸਮੇਂ ਦੇ ਨਾਲ ਠੀਕ ਹੈ ਸੰਗਤਾਂ ਦੇ ਵਿੱਚ ਪ੍ਰਚਾਰ, ਸੰਗਤਾਂ ਦੇ ਵਿੱਚ ਪਸਾਰ, ਜੋ ਦੁਬਿਧਾਵਾਂ ਪਈਆਂ ਹੋਈਆਂ ਨੇ ਉਹਨਾਂ ਦੀ ਬਾਬਤ ਆਪ ਜੀ ਨਿਹੰਗ ਸਿੰਘ ਜਥੇਬੰਦੀ ਦੇ ਵਿੱਚੋਂ ਵੀ ਹੋ। ਠੀਕ। ਸੋ ਪਹਿਲਾ ਸਵਾਲ ਮੇਰਾ ਇਹੀ ਹੈ ਆਪ ਜੀ ਦੇ ਕੋਲ ਵੀ ਆਪ ਜੀ ਨੇ ਆਪਣਾ ਜਨਮ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਦੇ ਜੀਵਨ ਬਾਰੇ ਥੋੜ੍ਹੇ ਜਿਹੇ ਲਫ਼ਜ਼ਾਂ 'ਚ ਝਾਤ ਮਾਰਨੀ ਹੈ ਔਰ ਨਾਲ ਆਪਣਾ ਜਨਮ, ਆਪਣੀ ਪੜ੍ਹਾਈ ਔਰ ਆਪਣੇ ਨਗਰ ਬਾਰੇ ਜ਼ਰੂਰ ਸੰਗਤ ਨਾਲ ਸਾਂਝ ਪਾਉਣੀ ਹੈ। ਸਾਡਾ ਜਿਹੜਾ ਨਗਰ ਹੈ ਉਹ ਪਿੰਡ ਉਦੀਸੀਆਂ ਜੀ। ਸੰਤ ਰਾਮ ਸਿੰਘ ਜੀ ਅਣਖੀ ਸਾਡੇ ਪਿਤਾ ਜੀ, ਜੀ ਜੋ ਸਾਡੇ ਦਾਦਾ ਜੀ ਸੰਤ ਦਰਸ਼ਨ ਸਿੰਘ ਜੀ, ਉਹ ਪਹਿਲਾਂ ਤੋਂ ਗੁਰੂ ਘਰ ਦੀ ਸੇਵਾ ਨਿਭਾਉਂਦੇ ਆਏ ਆ। ਉਹਨਾਂ ਨੇ ਸ਼ਾਮ ਸਿੰਘ ਅਟਾਰੀ ਦਾ ਗੁਰੂ ਘਰ ਆ ਜੀ ਇਹ ਸਭਰਾਵਾਂ ਨਗਰ ਦੇ ਵਿੱਚ, ਜੀ ਉਹਦੀ ਵੀ ਸੇਵਾ ਆਰੰਭ ਕਰਵਾਈ ਸੀ, ਸਾਤੇ ਜਿੱਥੋਂ ਉਹਨਾਂ ਨੇ ਅਖੀਰਲੇ ਸਮੇਂ ਵਿੱਚ ਚੜ੍ਹਾਈ ਕੀਤੇ ਆ। ਜੀ। ਇੱਕ ਸਥਾਨ ਸਾਡੇ ਭਿੱਖੀ ਪਿੰਡ ਦੇ ਲਾਗੇ ਆ ਮਾੜੀ ਗੌਰ ਸਿੰਘ ਦੀ, ਠੀਕ ਹੈ ਜੀ। ਰੋਈ ਦੇ ਉੱਪਰ ਅਸਥਾਨ ਆ ਜੀ। ਸ਼ਹੀਦਾਂ ਸਿੰਘਾਂ ਦਾ, ਜੀ। ਉਹਦੀ ਜਿਹੜੀ ਸੇਵਾ ਸਾਡੇ ਦਾਦਾ ਜੀ ਨੇ ਕਰਾਈ, ਉਹ ਸੇਵਾ ਸਥਾਨ ਬਹੁਤ ਚੜ੍ਹਦੀ ਕਲਾ 'ਚ ਆ। ਜੀ। ਫਿਰ ਉਸ ਤੋਂ ਬਾਅਦ ਸਾਡੇ ਪਿਤਾ ਜੀ ਹੌਲੀ ਹੌਲੀ ਸਮਾਂ ਬਣਦਾ ਗਿਆ, ਦੁਆਬੇ ਦੇ ਇਲਾਕੇ ਵਿੱਚ ਆ ਗਏ। ਜੀ। ਮੇੜੂ ਢੇੜੂ ਗ੍ਰੰਥੀ ਡਿਊਟੀ ਕੀਤੀ, ਫਿਰ ਇੱਦਾਂ ਨਗਰਾਂ ਵਿੱਚ ਕਰਦੇ ਕਰਦੇ ਦੇਸੀਆਂ ਆ ਕੇ ਜੀ ਪੱਕਾ ਪੜਾਅ ਹੋ ਗਿਆ। ਜੀ। ਫਿਰ ਉੱਥੇ ਸਾਡਾ ਜਨਮ ਹੋਇਆ। ਠੀਕ ਹੈ ਜੀ। ਅਤੇ ਸਾਡੇ ਪਿਤਾ ਜੀ ਜਿਹੜੇ ਸੀ ਉਹ ਤਕਰੀਬਨ ਲਾ ਲਓ, ਸਾਡੇ ਦਾਦਾ ਜੀ ਉਹ ਬੁੱਢਾ ਦਲ ਦੇ ਨਿਹੰਗ ਸਿੰਘ ਸੀ, ਮਹਾਂਕਾਲ ਸੀ। ਜੀ। ਅਤੇ ਉਹ ਪਹਿਲਾਂ ਨਿਰਮਲਿਆਂ ਦੇ ਵਿੱਚ ਵੀ ਉਹਨਾਂ ਨੇ ਸੰਥਿਆ ਕੀਤੀਆਂ, ਫਿਰ ਦਸਮ ਦੇ ਪਾਠੀ ਸੀ। ਇਹਦੇ ਕੱਲ੍ਹ ਬੜੀ ਚੜ੍ਹਦੀ ਕਲਾ, ਬੜੀ ਰਹਿਮਤ ਸੀ ਉਹਨਾਂ 'ਤੇ। ਜੀ। ਅਤੇ ਉਹੀ ਕਿਰਪਾ ਸਾਡੇ ਪਰਿਵਾਰ 'ਤੇ ਹੁੰਦੀ ਗਈ। ਜੀ। ਅਤੇ ਸਾਡੇ ਪਿਤਾ ਜੀ ਸੰਤ ਰਾਮ ਸਿੰਘ ਜੀ ਅਣਖੀ, ਉਹਨਾਂ ਦੇ ਕੋਲੋਂ ਅਖੰਡ ਪਾਠ ਦੀ ਸੇਵਾ ਕੀਤੀ। ਜੀ। ਫਿਰ ਹੌਲੀ ਹੌਲੀ ਕਈ ਜਗ੍ਹਾ 'ਤੇ ਜਾ ਕੇ ਕੀਰਤਨ ਸਿੱਖਿਆ। ਜੀ। ਫਿਰ ਉਹਨਾਂ ਨੇ ਦੇਸੀਆਂ ਆ ਕੇ ਪੜਾਅ ਕਰ ਲਿਆ। ਜੀ। ਫਿਰ ਅਸੀਂ ਦੇਸੀਆਂ, ਸਾਡੇ ਜਨਮ ਜਿਹੜੇ ਦੇਸੀਆਂ ਦੇ ਆ। ਠੀਕ ਹੈ ਜੀ। ਅਤੇ ਫਿਰ ਅਸੀਂ ਬਚਪਨ ਜਿਹੜਾ ਉੱਥੇ ਗੁਜ਼ਾਰਿਆ, ਬਚਪਨ ਦੀ ਪੜ੍ਹਾਈ ਉੱਥੇ ਕੁਝ ਪਿੰਡੋਂ ਕੀਤੀ, ਕੁਝ ਆਦਮਪੁਰ ਸਾਡੇ ਸਕੂਲ ਸੀ। ਜੀ। ਉੱਥੋਂ ਪੜ੍ਹਾਈਆਂ ਕੀਤੀਆਂ। ਠੀਕ। ਅਤੇ ਬਾਬਾ ਜੀ ਇਹ ਗੁਰਦੁਆਰਾ ਅਗੰਮਗੜ੍ਹ ਸਾਹਿਬ ਜਿੱਥੇ ਆਪਾਂ ਬੈਠੇ ਹਾਂ, ਹਾਂਜੀ, ਇਹ ਅਸਥਾਨ ਬਾਰੇ ਵੀ ਮਹਾਂਪੁਰਸ਼ਾਂ ਨੇ ਕਦੋਂ ਤੋਂ ਆਰੰਭਤਾ ਕੀਤੀ, ਕਿਵੇਂ ਇਸ ਅਸਥਾਨ ਦੀ ਆਰੰਭਤਾ ਹੋਈ ਸੀ ਜੀ? ਜਿਵੇਂ ਅੱਜ ਸੰਗਤਾਂ ਯਾਤਰਾ ਕਰਨ ਆਉਂਦੀਆਂ ਜੀ, ਇੱਕ ਦਿਨ ਅਸੀਂ ਵੀ ਇਸ ਨਗਰ 'ਚ ਯਾਤਰਾ ਕਰਨ ਆਏ ਸੀ, ਗੁਰਦੁਆਰਾ ਪੀਰ ਬਾਲਾ ਸਾਹਿਬ। ਜੀ। ਉੱਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਹਿਲਾ ਪਾਤਸ਼ਾਹੀ ਦਾ ਸਥਾਨ ਹੈ। ਜੀ ਜੀ ਜੀ। ਜਿਨ੍ਹਾਂ ਦੀ ਸੇਵਾ ਸੰਤ ਬਾਬਾ ਹਾਕਮ ਸਿੰਘ ਜੀ, ਜੀ ਬੜੇ ਚੜ੍ਹਦੀ ਕਲਾ ਦੇ ਮਹਾਂਪੁਰਖ ਬ੍ਰਹਮ ਗਿਆਨੀ ਜੀ, ਉਹ ਸੇਵਾ ਨਿਭਾ ਰਹੇ ਆ। ਸੋ ਅਸੀਂ ਉਸ ਪੜਾਅ ਦੇ ਦਰਸ਼ਨ ਕਰਨ ਆਏ ਸੀ। ਜੀ। ਅਤੇ ਜਦੋਂ ਅਸੀਂ ਦਰਸ਼ਨ ਕਰਕੇ ਇੱਥੋਂ ਲੰਘ ਰਹੇ ਸੀ ਅਤੇ ਇਸ ਨਗਰ ਦੇ ਆਪਣੇ ਬਹੁਤ ਚੜ੍ਹਦੀ ਕਲਾ ਦੇ ਸਿੰਘ ਸੀ, ਬਾਬਾ ਅਜੀਤ ਸਿੰਘ ਜੀ ਜਥੇਦਾਰ ਜੀ, ਇਹ ਘੋੜਿਆਂ ਦੇ ਦਲ ਦੀ ਸੇਵਾ ਕਰਦੇ ਰਹੇ ਹਰੀਆਂ ਜਥੇਬੰਦੀ ਵਿੱਚ। ਜੀ ਜੀ। ਉਹਨਾਂ ਨੇ ਦੱਸਿਆ ਕਿ ਇੱਥੇ 6ਵੇਂ ਪਾਤਸ਼ਾਹ ਦਾ ਸਥਾਨ ਹੈ। ਠੀਕ ਹੈ ਜੀ। ਇਹ ਜਿਹੜਾ ਸਥਾਨ ਆ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜੀ ਅਤੇ ਬਾਬਾ ਹਰਭਜਨ ਸਿੰਘ ਨੇ ਪ੍ਰਗਟ ਕੀਤਾ ਸੀ। ਇੱਕ ਇਹ ਸਥਾਨ ਤੇ ਪੀਰ ਬਾਲਾ ਸਾਹਿਬ 7 ਵਜੇ। ਫਿਰ ਇਹ ਜਿਹੜਾ ਸਥਾਨ ਆ ਜੀ, ਇੱਥੋਂ ਜਦੋਂ ਘੋੜੇ ਲੰਘਦੇ ਸੀ ਕਹਿੰਦੇ ਇੱਥੇ ਰੁਕ ਜਾਂਦੇ ਸੀ ਜੀ, ਅਤੇ ਬਾਬਾ ਜੀ ਇੱਥੇ ਪੜਾਅ ਕਰਦੇ ਸੀ, ਦੀਵਾਨ ਲਾਉਂਦੇ ਸੀ ਜੀ, ਫਿਰ ਅਗਲਾ ਪੰਧ ਫੇਰ ਕਰਦੇ ਸੀ। ਠੀਕ ਹੈ ਜੀ।
ਫਿਰ ਉਹਨਾਂ ਦੱਸਿਆ ਕਿ 6ਵੇਂ ਪਾਤਸ਼ਾਹ ਸਥਾਨ, ਫਿਰ ਇੱਥੇ ਸਥਾਨ ਉਸ ਵੇਲੇ ਜਿੱਦਾਂ ਪੁਰਾਤਨ ਸਿੰਘ ਸੀ ਜੀ, ਉਹਨਾਂ ਸਮੇਂ ਵਿੱਚ ਸਿੰਘਾਂ ਕੋਲ ਬਹੁਤੀਆਂ ਫੌਜਾਂ ਨਹੀਂ ਹੁੰਦੀਆਂ ਸੀ, ਤੇ ਫਿਰ ਉਹ ਕੋਈ ਨਿਸ਼ਾਨੀ ਤੌਰ ਤੇ ਕੋਈ ਥੜਾ ਬਣਾਤਾ, ਠੀਕ ਹੈ ਜੀ, ਤੇ ਫਿਰ ਇਦਾਂ ਦਾ ਪ੍ਰਬੰਧ ਕਰ ਜਾਂਦੇ ਸੀ ਜੀ, ਕਿਉਂਦੇ ਜਾਂਦੇ ਫਿਰ ਉੱਥੇ ਪੜਾਅ ਕਰਦੇ, ਨਿਸ਼ਾਨ ਚਲਾ ਜਾਂਦੇ ਸੀ। ਜੀ, ਜਿੱਦਾਂ ਅੱਜ ਕੱਲ੍ਹ ਫਿਰ ਉੱਥੇ ਗੁਰਦੁਆਰਾ ਬਣ ਜਾਂਦਾ, ਸਥਾਨ ਬਣ ਜਾਂਦਾ, ਇਹੋ ਜਿਹੀ ਉਸ ਵੇਲੇ ਸਿੰਘਾਂ ਕੋਲ ਪੂੰਜੀ ਨਹੀਂ ਸੀ ਜੀ, ਤੇ ਨਾ ਇਹਨਾਂ ਕੋਈ ਪ੍ਰਬੰਧ ਹੁੰਦਾ ਸੀ, ਜੀ, ਤੇ ਬਹੁਤ ਪੁਰਾਣੀਆਂ ਗੱਲਾਂ ਆ। ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਉਸ ਵੇਲੇ ਇਹ ਬਹੁਤੇ ਨਹੀਂ ਹੁੰਦੇ ਸੀ। ਜੀ, ਤੇ ਫਿਰ ਇੱਥੇ ਜਦੋਂ ਬਾਬਾ ਜੀ ਪੜਾਅ ਕਰਦੇ ਫਿਰ ਦੱਸਿਆ, ਜੀ, ਫਿਰ ਇੱਥੇ ਜਿੱਦਾਂ ਝਾੜੀਆਂ ਬੂਟੀਆਂ ਤੇ ਦੇਖਦੇ ਆ, ਜੀ, ਇਹਦਾ ਜੀ। ਡੰਡੀ ਵਿੱਚ ਦਿਨਾਂ ਕਿ ਅਸੀਂ ਵੀ ਗਏ, ਠੀਕ ਹੈ ਜੀ, ਜਾ ਕੇ ਜਦੋਂ ਦਰਸ਼ਨ ਕੀਤੇ ਸਥਾਨ ਦੇ, ਜੀ, ਤੇ ਸਾਡੇ ਪਿਤਾ ਜੀ ਨੇ ਕਿਹਾ ਵੀ ਇਹ ਜਿਹੜਾ ਸਥਾਨ ਆ, ਜੀ, ਵੀ ਜੇ 6ਵੇਂ ਪਾਤਸ਼ਾਹ ਦਾ ਸਥਾਨ, ਇਹਦੀ ਸੇਵਾ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਇੱਥੇ ਆਲੇ ਦੁਆਲੇ ਬੜਾ ਗੰਦ ਪਿਆ ਆ, ਜੀ, ਤੇ ਉਹਨੇ ਜਿੱਦਾਂ ਹਾਸੇ ਨੇ ਕਿਹਾ ਵੀ ਤੁਸੀਂ ਸੇਵਾ ਸ਼ੁਰੂ ਕਰਾ ਦਿਓ, ਠੀਕ ਹੈ ਜੀ, ਤੇ ਬਾਬੇ ਕਹਿੰਦੇ ਚਲੋ ਅਸੀਂ ਇੰਨੀ ਸੇਵਾ ਹੀ ਨਿਭਾ ਦਿੰਦੇ ਆ। ਜੀ, ਜੀ, ਫਿਰ ਅਸੀਂ ਜਿੱਦਾਂ ਇੱਥੇ 2 ਕੁ ਦਿਨਾਂ ਬਾਅਦ ਆ ਕੇ ਕੜਾਹ ਪ੍ਰਸ਼ਾਦੀ ਦੇ ਕਰਕੇ ਅਰਦਾਸ ਬੇਨਤੀ ਕੀਤੀ। ਜੀ, ਨੀਲਾ ਨਿਸ਼ਾਨ ਆਪਣਾ ਜਥੇਬੰਦੀ ਤੇ ਚੜ੍ਹਦਾ ਸੀ, ਠੀਕ ਹੈ, ਜਿਹੜਾ ਬਾਬਾ ਜੀ ਨਿਹੰਗ ਸਿੰਘ ਚਲਾਉਂਦੇ ਆ, ਹਾਂਜੀ, ਹਾਂਜੀ, ਤੇ ਬਾਕੀ ਹੋਰ ਵੀ ਇੱਥੇ ਨਿਸ਼ਾਨ ਸੀ, ਜਿੱਦਾਂ ਹਰਾ ਸੀ, ਕੋਈ ਲਾਲ ਸੀ, ਜੀ, ਜੀ, ਕੋਈ ਕਹਿੰਦਾ ਸੀ ਇਹ ਨਾਗ ਦੀ ਜਗ੍ਹਾ, ਕੋਈ ਕਹਿੰਦਾ ਪੀਰ ਦੀ ਜਗ੍ਹਾ, ਠੀਕ ਹੈ, ਠੀਕ ਹੈ ਜੀ। ਫਿਰ ਇੱਥੇ ਜੋ ਸੇਵਾ ਸ਼ੁਰੂ ਕਰਾਈ ਆ, ਜੀ, ਫਿਰ ਜਦੋਂ ਸੇਵਾ ਸ਼ੁਰੂ ਹੋਈ ਤੇ ਕਈਆਂ ਨੇ ਇਸ ਗੱਲ ਦਾ ਇਤਰਾਜ਼ ਕੀਤਾ, ਤੇ ਫਿਰ ਝਾੜੀਆਂ ਬੂਟੀਆਂ ਹੋ ਜਾਣੀਆਂ। ਉਹਨਾਂ ਸਮਿਆਂ ਦੇ ਵਿੱਚ ਤਾਂ ਸੋਰਸ ਵੀ ਇੰਨੇ ਨਹੀਂ ਸੀ ਜੀ ਹੁੰਦੇ, ਬਹੁਤ ਕਠਿਨਾਈ ਹੋਈ ਹੋਣੀ ਹੈ। ਹਾਂਜੀ, ਇਹ 92 ਕਦੀ ਗੱਲ ਲਾ ਲਓ ਤੁਸੀਂ, ਜੀ, ਤੇ ਅੱਜ ਤੇ ਬਹੁਤ ਵਧੀਆ ਸਮਾਂ, ਕਈ ਟੈਕਨੋਲੋਜੀ ਆਪਣੇ ਹਾਂ ਕੋਲ, ਬਿਲਕੁਲ ਜੀ, ਪਰ ਅੱਜ ਤੋਂ ਜੇ ਆਪਾਂ 28 ਸਾਲ ਪਹਿਲਾਂ ਲਾ ਲਈ ਤਾਂ ਬਹੁਤ ਫਰਕ ਲੱਗਦਾ। ਹਾਂ ਬਿਲਕੁਲ ਜੀ, ਤੇ ਉਦੋਂ ਮਸ਼ੀਨਰੀ ਦੀਆਂ ਗੱਡੀਆਂ ਵੀ ਸਾਡੀਆਂ ਸਾਹਮਣੇ ਸਿੱਕੀਆਂ ਹੁੰਦੀਆਂ ਸੀ, ਜੀ, 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 ਕੋਈ ਨਾ ਆਉਣ ਵਾਲੀਆਂ ਹੁੰਦੀਆਂ ਸੀ ਨੇ। ਜੀ, ਤੇ ਫਿਰ ਜਦੋਂ ਅਸੀਂ ਝਾੜੀ ਬੂਟੀਆਂ 'ਚ ਸੇਵਾ ਸ਼ੁਰੂ ਕੀਤੀ, ਜੀ, ਫਿਰ ਸੇਵਾ ਸ਼ੁਰੂ ਹੋ ਗਈ, ਫਿਰ ਟਰੈਕਟਰ ਮੰਗ ਕੇ ਲਿਆਉਣੇ, ਕਦੇ ਕਿਸੇ ਪਿੰਡੋਂ, ਜੀ, ਕਦੇ ਕਿਸੇ ਪਿੰਡ ਵਾਲਿਆਂ ਨੂੰ ਜੀ। ਤੇਲ ਪਵਾ ਕੇ, ਫਿਰ 5-5 4-4 ਦਿਨ ਲਾਉਣੇ, ਜੀ, ਫਿਰ ਬਲਡੋਜ਼ਰ ਚੱਲਿਆ, ਠੀਕ ਹੈ, ਫਿਰ ਸਾਰੀ ਪਹਾੜੀ ਕਰਾ ਕੇ ਪੱਧਰੀ ਕਰਦੇ ਰਹੇ। ਜੀ, ਫਿਰ ਆ ਜਿਹੜੀ ਤੁਸੀਂ ਕੁਟੀਆ ਦੇਖਦੇ ਆ, ਹਾਂ ਇਸੇ ਕੁਟੀਆ ਦਾ ਆਪ ਜੀ ਦੱਸ ਰਹੇ ਸੀ ਹੁਣੇ ਹੀ ਸਾਰਾ। ਹਾਂਜੀ ਹਾਂਜੀ, ਇਹ ਕੁਟੀਆ ਪਹਿਲਾਂ ਸਭ ਤੋਂ ਪਹਿਲਾਂ ਪਾਈ। ਜੀ, ਫਿਰ ਇੱਥੇ ਬਾਬਾ ਜੀ ਨੇ ਸੋਚਿਆ ਕਿ ਸੰਗਤ ਆਉਂਦੀ ਹੈ ਵੀਰਵਾਰ ਨੂੰ ਜ਼ਿਆਦਾ, ਠੀਕ ਹੈ ਜੀ, ਫਿਰ ਚਲੋ ਜੇ ਸੰਗਤ ਜੁੜ ਜਾਵੇ ਨਾਲ ਇਹ ਵੀ, ਤੇ ਕੁਝ ਹੋਰ ਸੰਗਤ ਆ ਜਾਵੇ, ਤੇ ਆਪਾਂ ਦੀਵਾਨ ਸ਼ੁਰੂ ਕਰ ਦਈਏ। ਹਾਂ ਬਿਲਕੁਲ ਜੀ, ਫਿਰ ਇੱਥੇ ਹਰ ਮਹੀਨੇ ਜੇਠਾ ਵੀਰਵਾਰ ਬਾਬੇ ਨੇ ਲਿਖ ਦਿੱਤਾ 7 ਵਜੇ, ਕਿ ਸੰਗਰਾਂਦ ਤੋਂ ਬਾਅਦ ਜਿਹੜਾ ਵੀਰਵਾਰ ਆਊਗਾ ਉਸ ਦਿਨ ਆਪਾਂ ਦੀਵਾਨ ਲਾਇਆ ਕਰਾਂਗੇ, ਲੰਗਰ ਲਾਇਆ ਕਰਾਂਗੇ। ਠੀਕ ਹੈ ਜੀ, ਫਿਰ 6ਵੇਂ ਪਾਤਸ਼ਾਹ ਨੇ ਕਿਰਪਾ ਕਰਤੀ, ਜੀ, ਤੇ ਉਦੋਂ ਦੇ ਦੀਵਾਨ ਆਰੰਭ ਕੀਤੇ, ਜੀ, ਅੱਜ ਤੱਕ ਨਿਰੰਤਰ ਚੱਲੀ ਜਾਂਦੇ ਆ। ਠੀਕ ਹੈ ਜੀ, ਤੇ ਕਾਫੀ ਸਮਾਂ ਲੱਗ ਗਿਆ, ਜਾਣੀ ਕਿ ਅੱਜ ਤੱਕ ਵੀ ਹਜੇ ਸੇਵਾ ਚੱਲ ਰਹੀ ਹੈ ਜੀ, ਹਾਂਜੀ, ਗੁਰੂ ਅਸਥਾਨਾਂ ਦੀ ਸੇਵਾ ਸਦਾ ਚੱਲਦੀ ਸਦਾ ਰਹਿੰਦੀ ਹੈ। ਚੱਲਦੀ ਰਹਿੰਦੀ ਜੀ, ਇਹ ਕਦੇ ਖਤਮ ਨਹੀਂ ਹੁੰਦੀਆਂ, ਜੀ, ਤੇ ਸਾਡੇ ਵਰਗੇ ਕਈ ਆਉਣੇ ਆ ਜੀ, ਕਈਆਂ ਨੇ ਚਲ ਜਾਣਾ ਜੀ। ਜੀ, ਜੀ, ਹਾਂਜੀ ਤੇ ਬਾਬਾ ਜੀ ਵਿਦੇਸ਼ਾਂ ਦੇ ਵਿੱਚ ਕਿੱਥੇ ਕਿੱਥੇ ਜਾਣ ਦਾ ਅੱਜ ਤੱਕ ਸੁਭਾਗ ਮਿਲਿਆ ਸੰਗਤਾਂ ਦੇ ਵਿੱਚ ਆਪ ਜੀ ਨੂੰ? ਹਾਂਜੀ, 6ਵੇਂ ਪਾਤਸ਼ਾਹ ਦੀ ਕਿਰਪਾ ਹੀ ਹੋਈ ਸਾਡੇ ਤੇ। ਜੀ, ਪਹਿਲਾਂ ਤਾਂ ਸਾਨੂੰ ਕੋਈ ਕੈਨੇਡਾ ਦਾ ਸਾਡਾ ਵੀਜ਼ਾ ਵੀ ਨਹੀਂ ਲੱਗਦਾ ਸੀ, ਜੀ, ਪਰ ਜਦੋਂ ਆਪਾਂ ਇੱਥੇ 6ਵੇਂ ਪਾਤਸ਼ਾਹ ਦਰ ਦੀ ਸੇਵਾ ਕੀਤੀ, ਜੀ, ਤੇ ਕੋਈ ਰੱਬ ਨੇ ਬਹਾਨਾ ਬਣਾ ਦਿੱਤਾ। ਜੀ, ਜਿਹੜੇ ਸਿੰਘ ਕਹਿੰਦੇ ਸੀ ਕਿ ਮੁਸ਼ਕਲ ਆ, ਜੀ, ਉਹਨਾਂ ਨੇ ਸਿੰਘਾਂ ਨੇ ਯਤਨ ਕਰਕੇ ਸਾਨੂੰ ਸੱਦ ਲਿਆ, ਠੀਕ ਹੈ ਜੀ, ਤੇ ਅਸੀਂ ਤਕਰੀਬਨ 10 ਜਾਂ 12 ਵਾਰ ਕੈਨੇਡਾ ਜਾਏ ਹੋਵਾਂਗੇ। ਠੀਕ ਹੈ ਜੀ, 2 ਕੁ ਵਾਰ ਅਮਰੀਕਾ ਜਾਏ ਆ ਜੀ, ਜੀ, ਤੇ 1 ਵਾਰ ਜਰਮਨ, ਜੀ, ਤੇ 1 ਵਾਰ ਇਟਲੀ, ਜੀ, 2 ਵਾਰ ਇਟਲੀ ਜਾਏ, ਗ੍ਰੀਸ ਜਾਏ ਜੀ। ਠੀਕ ਹੈ ਜੀ, ਇਹਨਾਂ ਸਥਾਨਾਂ ਤੇ ਜਿੱਦਾਂ ਵਿਦੇਸ਼ਾਂ ਦੇ ਯਾਤਰਾ ਕਰੀਏ। ਹਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਹਾਂਜੀ, ਸੇਵਾ ਹਾਂਜੀ। ਲਈ। ਤੇ ਬਾਬਾ ਜੀ ਤੁਸੀਂ ਵੱਡੇ ਮਹਾਂਪੁਰਸ਼ਾਂ ਦੇ ਨਾਲ ਵੀ ਕੀਰਤਨ ਕਰਦੇ ਰਹੇ ਆ, ਉਹਨਾਂ ਦੇ ਕੋਲੋਂ ਹੀ ਆਪ ਜੀ ਨੇ ਜ਼ਿਆਦਾ ਜਾਣੀ ਕਿ ਇਸ ਪਾਸੇ ਨੂੰ ਰੰਗ ਚੜ੍ਹਿਆ ਜੀ। ਹਾਂਜੀ ਹਾਂਜੀ, ਉਸ ਟਾਈਮ ਦੇ ਪ੍ਰਚਾਰ ਤੇ ਸੰਗਤ ਦੀ ਭਾਵਨਾ ਦੇ ਪ੍ਰਤੀ ਤੇ ਅੱਜ ਦੇ ਪ੍ਰਤੀ ਕਿੰਨਾ ਕੁ ਫਰਕ ਦੇਖਦੇ ਹੋ? ਫਰਕ ਬਹੁਤ ਹੈ। ਜਿਹੜੇ ਪੁਰਾਣੇ ਸਿੰਘ ਸੀ ਉਹ ਪਿਆਰ ਕਰਦੇ ਸੀ, ਜੀ, ਤੇ ਹੁਣ ਸਮਾਂ ਜਿੱਦਾਂ ਬਦਲਦਾ ਜਾਂਦਾ, ਸਿੰਘ ਪ੍ਰਚਾਰ ਤਾਂ ਬਹੁਤ ਆ, ਜੀ, ਪਰ ਮੰਨਣ ਵਾਲਿਆਂ ਦੀ ਬਹੁਤ ਹੀ ਘਾਟ ਮਹਿਸੂਸ ਹੋ ਰਹੀ ਆ। ਬਿਲਕੁਲ ਜੀ, ਅੱਜ ਵੀ ਫੇਸਬੁੱਕ ਤੇ ਪੜ੍ਹ ਰਿਹਾ ਸੀ, ਜੀ, ਕਈ ਪਰਿਵਾਰਾਂ ਦੇ ਜਿਹੜੇ ਸਿੰਘ ਪਰਿਵਾਰ ਆ ਜੀ, ਕਰਦੇ ਤਾਂ ਪ੍ਰਚਾਰ ਆ, ਪਰ ਉਹਨਾਂ ਦੇ ਜਿਹੜੇ ਪਰਿਵਾਰ ਆ ਜੀ, ਉਹ ਵੀ ਸਿੱਖੀ ਲੈਣ ਦੇ ਵਿੱਚ ਨਹੀਂ ਪੂਰੇ ਆ ਰਹੇ। ਬਿਲਕੁਲ ਜੀ, ਇਹ ਵੀ ਇੱਕ ਬਹੁਤ ਵੱਡੀ ਘਾਟ ਆ। ਜੀ, ਸਾਡੇ ਕੋਲੋਂ ਆਪਣੇ ਪਰਿਵਾਰ, ਆਪਣੇ ਬੱਚੇ ਇਸ ਲਾਈਨ ਨੂੰ ਨਹੀਂ ਆ ਰਹੇ, ਜੀ, ਅਸੀਂ ਪ੍ਰਚਾਰ ਕਰਦੇ ਆ, ਜੀ, ਫਿਰ ਬਾਹਰਲੀ ਸੰਗਤ ਤੇ ਕਿੱਦਾਂ ਅਸਰ ਪਊਗਾ, ਅਸੀਂ ਬਿਲਕੁਲ ਜੀ। ਇਹਦੇ ਬਾਰੇ ਵੀ ਸਾਡੇ ਮਨ ਚ ਬਾਬਾ ਜੀ, ਜਿੱਦਾਂ ਨਿਹੰਗ ਸਿੰਘ ਜਥੇਬੰਦੀ ਚ ਆਪ ਜੀ ਵਿਚਰਦੇ ਰਹਿੰਦੇ ਹੋ, ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਰਹਿੰਦਾ, ਹਾਂਜੀ, ਦਲ ਪੰਥਾਂ ਦੇ ਵਿੱਚ, ਠੀਕ ਹੈ। ਜਿਹੜਾ ਅੱਜ ਕਿੰਤੂ ਪ੍ਰੰਤੂ ਸ਼੍ਰੀ ਦਸਮ ਜੀ ਦੀ ਬਾਣੀ ਦੇ ਉੱਤੇ ਹੋ ਰਿਹਾ ਜੀ, ਹਾਂਜੀ, ਇਹਦਾ ਮੇਨ ਕਾਰਨ ਕੀ ਸਮਝਦੇ ਹੋ ਵੀ ਇਹ ਕਿਉਂ ਕੀਤਾ ਜਾ ਰਿਹਾ ਜੀ? ਇੱਕ ਤਾਂ ਇਹ ਵਿਰੋਧੀਆਂ ਦੀ ਜਿਹੜੀ ਸੋਚ ਆ ਜੀ, ਕਿ ਸਿੱਖ ਕੌਮ ਨੂੰ ਜਿੱਦਾਂ ਹੌਲੀ-ਹੌਲੀ ਕਿਸੇ ਤਰੀਕੇ ਨਾਲ ਇਹਨੂੰ ਘਟਾਇਆ ਜਾਵੇ, ਜੀ, ਇਸ ਵਾਸਤੇ ਉਹ ਟੇਢੀਆਂ ਮੇਢੀਆਂ ਦੀਆਂ ਚਾਲਾਂ ਚੱਲਦੇ ਰਹਿੰਦੇ ਆ। ਜੀ, ਕੋਈ ਦਸਮ ਗ੍ਰੰਥ, ਚਲੋ ਕਿਸੇ ਜਿਹੜੇ ਬਹਿਸ ਕਰਦੇ ਆ, ਜੀ, ਕਦੇ ਉਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਪੜ੍ਹਿਆ ਵੀ ਆ? ਬਿਲਕੁਲ ਜੀ, ਉਹ ਕਹਿੰਦੇ ਨਹੀਂ ਪੜ੍ਹਿਆ ਨਹੀਂ। ਜੀ, ਉਹਨਾਂ ਨੂੰ ਕਹੋ ਪੜ੍ਹਿਆ ਤਾਂ ਛੱਡੋ, ਤੁਸੀਂ ਇਹ ਦੱਸ ਦਿਓ ਦਸਮ ਗ੍ਰੰਥ ਦੇ ਅੰਗ ਕਿੰਨੇ ਆ? ਜੀ, ਉਹਨਾਂ ਨੂੰ ਅੰਗ ਦਾ ਵੀ ਨਹੀਂ ਪਤਾ। ਜੀ, ਉਹ ਕੁਝ ਇਹੋ ਜਿਹੀਆਂ ਗੱਲਾਂ ਲੈ ਕੇ, 1-2 ਗੱਲਾਂ, ਜਿੱਦਾਂ ਹਰ ਇੱਕ ਬੰਦੇ ਦੇ ਵਿੱਚ
ਸੋਚ ਦੇ ਮੁਤਾਬਕ ਕਮੀ ਹੁੰਦੀ ਹੈ ਜੀ ਬੰਦੇ 'ਚ ਕਮੀ ਤਾਂ ਚਲੋ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਦਸਮ ਗ੍ਰੰਥ ਦੇ ਵਿੱਚ ਕਮੀ ਨਹੀਂ ਜੀ ਸੋਚ ਵਿੱਚ ਕਮੀ ਹੈ ਜੀ ਤੇ ਜਿਹੜੀ ਸੋਚ ਆ ਉਹ ਆਪਣੀ ਸੋਚ ਦੇ ਨਾਲ ਸੋਚਦੇ ਆ ਜੀ ਇਸ ਕਰਕੇ ਉਹ ਦੁਬਿਧਾ ਦਾ ਵਿਸ਼ਾ ਬਣਾ ਲੈਂਦੇ ਆ ਜੀ ਮੈਂ ਮਹਾਂਪੁਰਖਾਂ ਦੀ ਕਥਾ ਸੁਣਦਾ ਸੀ ਉਹ ਕਹਿੰਦੇ ਜੀ ਦਸਮ ਦੇ ਵਿੱਚ ਅੱਜ ਦਾ ਆਮ ਲੋਕ ਕਹਿੰਦੇ ਜੀ ਦਸਮ ਦੇ ਵਿੱਚ ਗੰਦ ਹਾਂ ਜਿਆਦਾ ਇਸੇ ਗੱਲ ਦਾ ਕੇਂਦਰ ਗਲਤ ਹੈ ਪ੍ਰੰਤੂ ਹੈ ਜੀ ਜੀ ਤੇ ਉਹ ਮਹਾਂਪੁਰਖਾਂ ਦੀ ਮੈਂ ਕਥਾ ਸੁਣਦਾ ਸੀ ਉਹ ਕਹਿੰਦੇ ਵੀ ਗੰਦ ਬੰਦੇ ਦੀ ਸੋਚ ਵਿੱਚ ਹੁੰਦਾ ਜੀ ਵੈਸੇ ਬੰਦੇ ਨਾਲ ਕੋਈ ਗੰਦ ਨਹੀਂ ਹੁੰਦਾ ਜੀ ਜੇ ਬੰਦੇ ਦੀ ਸੋਚ ਗੰਦੀ ਹੈ ਤੇ ਉਹ ਗੰਦਾ ਤੇ ਬਿਲਕੁਲ ਜੇ ਉਹਦੀ ਸੋਚ ਚੰਗੀ ਆ ਤੇ ਉਹ ਚਿੱਕੜ ਵਿੱਚ ਵੀ ਚੰਗਾ ਹੀ ਰਹਿੰਦਾ ਜੀ ਬਿਲਕੁਲ ਜੀ ਠੀਕ ਹੈ ਜੀ ਸੋਨਾ ਭਾਵੇਂ ਚਿੱਕੜ ਵਿੱਚ ਪਿਆ ਹੋਵੇ ਜੀ। ਉਹਦੀ ਕੀਮਤ ਉਦੋਂ ਵੀ ਉਨੀ ਹੈ ਬਿਲਕੁਲ ਤੇ ਜੇ ਉਹ ਕਿਸੇ ਦੀ ਤਿਜੋਰੀ ਵਿੱਚ ਪਿਆ ਕੀਮਤ ਤਾਂ ਵੀ ਉਹਦੀ ਉਨੀ ਹੈ ਜੀ ਜੀ ਜਿੱਦਾਂ ਇੱਕ ਆਪਣਾ ਮੰਜਾ ਹੁੰਦਾ ਹਾਂਜੀ ਤੇ ਆਪਣਾ ਮੰਜਾ ਆ ਆਪਣਾ ਬੈੱਡ ਆ ਉਹਦੇ ਉੱਪਰ ਸਾਡੀ ਭੈਣ ਆ ਜਾਏ ਸਾਡੀ ਵੇਖਣ ਦੀ ਸੋਚ ਹੋਰ ਹੁੰਦੀ ਹੈ ਬਿਲਕੁਲ ਜੀ ਜੇ ਉਸੇ ਬੈੱਡ ਦੇ ਉੱਪਰ ਸਾਡੀ ਧੀ ਆ ਜਾਏ ਜੀ ਸਾਡੀ ਵੇਖਣ ਦੀ ਸੋਚ ਹੋਰ ਹੁੰਦੀ ਹੈ ਬਿਲਕੁਲ ਜੀ ਤੇ ਜੇ ਉਸੇ ਬੈੱਡ ਦੇ ਉੱਪਰ ਸਾਡੀ ਮਾਤਾ ਆ ਜਾਏ ਸਾਡੀ ਸੋਚ ਹੋਰ ਹੁੰਦੀ ਹੈ ਹਾਂ ਜੀ ਤੇ ਜੇ ਉਸੇ ਬੈੱਡ ਦੇ ਉੱਪਰ ਸਾਡੀ ਘਰ ਵਾਲੀ ਆਉਂਦੀ ਸਾਡੀ ਸੋਚ ਹੋਰ ਹੁੰਦੀ ਹੈ ਬਿਲਕੁਲ ਜੀ ਨਾ- ਬੰਦਾ ਇੱਕੋ ਹੀ ਆ ਹਾਂਜੀ ਬੰਦਾ ਉਹੀ ਹੈ ਬੰਦੇ ਦੀ ਸੋਚ ਆਟੋਮੈਟਿਕ ਬਦਲਦੀ ਜਾਂਦੀ ਜੀ ਹੈ ਜੀ ਜੀ ਇਸੇ ਵਾਸਤੇ ਦਸਮ ਦੇ ਵਿੱਚ ਤੁਹਾਡੀ ਜਿਹੜੀ ਤੁਸੀਂ ਬਾਣੀ ਪੜ੍ਹਦੇ ਆ ਉਹਨੂੰ ਕਿਸ ਤਰੀਕੇ ਨਾਲ ਸੋਚਦੇ ਆ ਜੀ ਜੇ ਤੇ ਉਹਨੂੰ ਤੁਸੀਂ ਗਿਆਨਵਾਨ ਸੋਚੋ ਜੀ ਤੇ ਫਿਰ ਤਾਂ ਉਹ ਗਿਆਨਵਾਨ ਹੈ ਤੇ ਜੇ ਤੁਸੀਂ ਉਹਨੂੰ ਗੰਦੀ ਨਿਗਾਹ ਨਾਲ ਦੇਖੋ ਤੇ ਉਹ ਗੰਦੀ ਸੋਚ ਲੱਗੂਗੀ ਤੁਹਾਨੂੰ ਤੇ ਬਿਲਕੁਲ ਤੁਹਾਨੂੰ ਗੁਰੂ ਦਸਵੀਂ ਗੰਦਾ ਲੱਗੂਗਾ ਜੀ ਹੁਣ ਡਾਕਟਰ ਆ ਜੀ ਡਾਕਟਰ ਜਦੋਂ ਇਲਾਜ ਕਰਦਾ ਜੀ ਤੇ ਉਹ ਆਪਣੀ ਧੀ ਦਾ ਵੀ ਇਲਾਜ ਕਰਦਾ ਉਹਦਾ ਪ੍ਰੋਸੀਜਰ ਉਹੀ ਹੁੰਦਾ ਬਿਲਕੁਲ ਜੀ ਤੇ ਜੇ ਉਹ ਆਪਣੀ ਭੈਣ ਦਾ ਇਲਾਜ ਕਰਦਾ ਉਹ ਵੀ ਪ੍ਰੋਸੀਜਰ ਉਹੀ ਹੁੰਦਾ ਤੇ ਜੇ ਉਹ ਕਿਸੇ ਬਗਾਨੇ ਦਾ ਇਲਾਜ ਕਰਦਾ ਤਾਂ ਵੀ ਪ੍ਰੋਸੀਜਰ ਉਹੀ ਹੁੰਦਾ ਜੀ ਠੀਕ ਹੈ ਜੀ ਡਾਕਟਰ ਗੰਦਾ ਨਹੀਂ ਉਹਦੀ ਸੋਚ ਗੰਦੀ ਨਹੀਂ ਉਹ ਤੁਹਾਡਾ ਇਲਾਜ ਕਰਦਾ ਰਿਹਾ ਠੀਕ ਹੈ ਜੀ ਜੀ ਤੇ ਜੇ ਉਹਦੀ ਸੋਚ ਗੰਦੀ ਆ ਫਿਰ ਦੁਨੀਆ ਨੂੰ ਤੁਹਾਨੂੰ ਲੱਗੂਗਾ ਗੰਦਾ ਡਾਕਟਰ ਗੰਦਾ ਜੀ ਜੀ ਤੇ ਬਾਬਾ ਜੀ ਜੇ ਅੱਜ ਦੇ ਸਮੇਂ 'ਚ ਦੇਖੀਏ ਜਾਂ ਪੁਰਾਤਨ ਮੈਂ ਦੀਵਾਨਾਂ ਵਿੱਚ ਵੀ ਸੁਣਦਾ ਰਹਿਣਾ ਆਪ ਜੀ ਨੂੰ ਪੁਰਾਣੇ ਸਮੇਂ ਦੇ ਵਿੱਚ ਸੇਵਾਦਾਰ ਜਿਹੜੇ ਹੁੰਦੇ ਸੀ ਤੇ ਅਜੋਕੇ ਸਮੇਂ 'ਚ ਬਹੁਤੇ ਸੇਵਾਦਾਰ ਸਾਰੇ ਨਹੀਂ ਆਪਾਂ ਕਹਿ ਸਕਦੇ ਪਰ ਬਹੁਤਾਤ ਜਣਾਇਆ ਜ਼ਿਆਦਾ ਨਹੀਂ ਜਾਂਦਾ ਜੀ ਆਪ ਜੀ ਨੂੰ ਲੱਗਦਾ ਨਹੀਂ ਵੀ ਜਿਹੜੇ ਸੇਵਾ ਕਰਦੇ ਆ ਉਹ ਕਿਤੇ ਨਾ ਕਿਤੇ ਉਹ ਜਣਾਉਂਦੇ ਬਹੁਤ ਆ ਵੀ ਅਸੀਂ ਜਿਹੜੀ ਸੇਵਾ ਕੀਤੀ ਸਾਡੇ ਵਰਗਾ ਹੋ ਕੋਈ ਨਹੀਂ ਸਕਦਾ ਜੀ ਹਾਂਜੀ ਇਹ ਜਿੱਦਾਂ ਇੱਕ ਬੰਦੇ ਨੂੰ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਆ ਜੀ ਸੇਵਾ ਤੇ ਜਿਹੜੀ ਕੀਤੀ ਜਾਂਦੀ ਹੈ ਮਨ ਨੂੰ ਮਾਰਨ ਵਾਸਤੇ ਕੀਤੀ ਜਾਂਦੀ ਹੈ ਜੀ ਹੁਣ ਆਪਾਂ ਜਿਹਨੂੰ ਮਾੜੀ ਤੋਂ ਮਾੜੀ ਸੇਵਾ ਕਹਿ ਲਓ ਹੁਣ ਕਿਸੇ ਦੇ ਆਪਾਂ ਝੂਠੇ ਬਰਤਨ ਸਾਫ਼ ਕਰ ਰਹੇ ਹੋਣ ਜੀ ਇਹ ਸੌਖੀ ਗੱਲ ਨਹੀਂ ਹੁੰਦੀ ਬਿਲਕੁਲ ਜੀ ਕਿਸੇ ਦੀ ਝੂਠ ਨੂੰ ਚੱਕਣਾ ਹਨਾ ਜੀ ਕੋਈ ਬੰਦਾ ਕਈ ਵਾਰ ਇਦਾਂ ਦੇ ਥੁੱਕ ਦੇਵੇ ਅਸੀਂ ਉਹਨੂੰ ਦੇਖ ਕੇ ਕਿੰਨੀ ਕਰਨਾ ਕਰਦੇ ਜੀ ਤੇ ਕਿਸੇ ਦੀ ਝੂਠ ਦੇਈਏ ਤਾਂ ਵੀ ਬੰਦਾ ਕਰਨਾ ਕਰਦਾ ਪਰ ਸੰਗਤ ਦੀ ਝੂਠ ਦੇਖ ਕੇ ਅਸੀਂ ਉਹਨੂੰ ਪਿਆਰ ਨਾਲ ਉਹਨੂੰ ਮਾਂਜਦੇ ਆ ਸਾਫ਼ ਕਰਦੇ ਆ ਸਾਡੇ ਹੱਥ ਦੇਖ ਲਓ ਸਾਡੇ ਕੱਪੜੇ ਦੇਖ ਲਓ ਠੀਕ ਹੈ ਜੀ ਉਹ ਇਸੇ ਵਾਸਤੇ ਕੀਤੀ ਜਾਂਦੀ ਕਿ ਬੰਦੇ ਦਾ ਜਿਹੜਾ ਮਨ ਨਿਮਰਤਾ ਵਿੱਚ ਰਹੇ ਪਰ ਜਿਹੜਾ ਬੰਦੇ ਦਾ ਮਨ ਆ ਅੱਜ ਹੰਕਾਰ ਜ਼ਿਆਦਾ ਜੀ ਤੇ ਜਿਹੜੀ ਨਿਮਰਤਾ ਉਹ ਘੱਟ ਆ ਜੀ ਕਿਉਂਕਿ ਅਸੀਂ ਸੇਵਾ ਜਿਹੜੀ ਵਿਖਾਵੇ ਦੀ ਜ਼ਿਆਦਾ ਕਰਦੇ ਆ ਬਿਲਕੁਲ ਤੇ ਦਿਲੋਂ ਪਿਆਰ ਦੇ ਨਾਲ ਭਾਵਨਾ ਦੇ ਨਾਲ ਸੇਵਾ ਅਸੀਂ ਬਹੁਤ ਘੱਟ ਕਰਦੇ ਹਾਂ ਜੀ ਜੀ ਤੁਸੀਂ ਆਮ ਦੇਖਦੇ ਹੋ ਜਿੱਦਾਂ ਹੁਣ ਰਿਸ਼ਤੇਦਾਰੀ ਵੀ ਸਾਡੀ ਇਦਾਂ ਹੀ ਆ ਜੀ ਤੇ ਜਿਹੜਾ ਸਾਡਾ ਦਿਲੋਂ ਪਿਆਰ ਹੁੰਦਾ ਉਹਦੇ ਆਉਣ ਦਾ ਚਾਅ ਸਾਨੂੰ ਹੋਰ ਹੁੰਦਾ ਬਿਲਕੁਲ ਜੀ ਤੇ ਜਿਹਨੂੰ ਸਾਨੂੰ ਪਿਆਰ ਨਾ ਹੋਵੇ ਤੇ ਜੇ ਕਿਤੇ ਸਾਡੇ ਘਰ ਭੁੱਲ ਭੁਲੇਖੇ ਨਾਲ ਵੀ ਆ ਜਾਏ ਅਸੀਂ ਚਾਹ ਪਾਣੀ ਤਾਂ ਛਕਾਈਦਾ ਪਰ ਉਹ ਪਿਆਰ ਨਾਲ ਭਾਵਨਾ ਨਹੀਂ ਬਣਦੀ ਜੀ 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 ਇਸੇ ਤਰ੍ਹਾਂ ਸੇਵਾ ਆ ਜੀ ਸੇਵਾ ਜੇ ਤੁਹਾਨੂੰ ਗੁਰੂ ਨਾਲ ਪਿਆਰ ਆ ਜੀ ਫਿਰ ਤੁਸੀਂ ਸੇਵਾ ਕਰਕੇ ਤੇ ਗੁਰੂ ਦੀ ਖੁਸ਼ੀ ਮਹਿਸੂਸ ਕਰਦੇ ਆ ਜੀ ਕਿ ਚਲੋ ਰੱਬ ਨੇ ਮੈਨੂੰ ਚੁਣ ਲਿਆ ਗੁਰੂ ਮਹਾਰਾਜ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਕਿ ਅੱਜ ਮੈਨੂੰ ਨੇ ਸੇਵਾ ਲਈ ਆਪਣੇ ਚਰਨਾਂ 'ਚ ਆਵਾਜ਼ ਮਾਰ ਲਈ ਜੀ 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 ਤੇ ਜਿਹੜਾ ਹੰਕਾਰੀ ਆ ਉਹ ਫਿਰ ਫੋਟੋਆਂ ਖਿੱਚ ਕੇ ਪਾਉਂਦਾ ਕਿ ਲੋਕੀ ਦੇਖਣ ਕਿ ਬੜਾ ਤਗੜਾ ਸੇਵਾਦਾਰ ਹਾਂ ਬਿਲਕੁਲ ਤੇ ਗੁਰੂ ਮਹਾਰਾਜ ਕਹਿੰਦੇ ਆ ਕਿ ਜਿਹੜੀ ਸੇਵਾ ਆ ਉਹ ਮਨ ਤੇ ਚਿੱਤ ਲਾ ਕੇ ਕੀਤੀ ਜਾਵੇ ਉਹੀ ਪ੍ਰਵਾਨ ਹੈ ਜੀ 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 ਹਾਂਜੀ ਤੇ ਬਾਬਾ ਜੀ ਜਿੱਥੇ ਤੱਕ ਆਪਾਂ ਅੱਜ ਜੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਤਾਂ ਨਹੀਂ ਜ਼ਿਆਦਾ ਪੰਜਾਬ 'ਚ ਹੀ ਹੈ ਆਪਣੀਆਂ ਬਹੁਤ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਮਹਾਂਪੁਰਸ਼ ਨੇ ਚਾਹੇ SGPC ਹੈ ਚਾਹੇ ਕੋਈ ਕਮੇਟੀ ਹੈ ਚਾਹੇ ਧਾਰਮਿਕ ਸੰਸਥਾ ਆਪਸ ਵਿੱਚ ਜਿਹੜਾ ਤਾਲਮੇਲ ਜਾਂ ਏਕਤਾ ਬਣਦੀ ਕਿਉਂ ਨਹੀਂ ਜੀ ਪਿੱਛੇ ਕਾਰਨ ਕੀ ਸਮਝਦੇ ਹੋ ਇਹਦੇ ਪਿੱਛੇ ਕੋਈ ਕਾਰਨ ਲੱਗਦਾ ਆਪ ਜੀ ਵੈਸੇ ਤਾਂ ਭਾਜੀ ਇਸ ਵੇਲੇ ਸਾਰੇ ਬਾਬਾ ਜੀ 14 ਦੇ ਭੁੱਖੇ ਤੁਰੇ ਫਿਰਦੇ ਬਹੁਤੇ ਜੀ ਜਿਹਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਵਿਰਲਾ ਹੀ ਆ ਜਿਹੜਾ ਮਤਲਬ ਕਿ ਸਿੱਖੀ ਨੂੰ ਲੈ ਕੇ ਤੁਰਦਾ ਹੋਵੇ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਤੇ ਗੁਰੂ ਮਹਾਰਾਜ ਦੇ ਸਿੱਖ ਜਿਹੜੇ ਵੱਧ ਹੋਣੇ ਚਾਹੀਦੇ ਆ ਬਈ ਇਸ ਲੜ ਲੱਗਣੇ ਚਾਹੀਦੇ ਆ ਨਹੀਂ ਤੇ ਹਰ ਕੋਈ ਆਪੋ ਆਪਣੀ ਚਲਾਉਂਦਾ ਫਿਰਦਾ ਜੀ ਤੇ ਮਤਲਬ ਅੰਦਰੋਂ ਸਿੱਖੀ ਨਾਲ ਪਿਆਰ ਘੱਟ ਆ ਜੀ ਅਸੀਂ ਆਪਣੀ ਐਸ਼ ਪ੍ਰਸਤੀ ਲਈ ਆਪਣੀਆਂ ਮੌਜਾਂ ਲਈ ਜ਼ਿਆਦਾ ਦੇ ਜੀ ਜੀ ਨੌਜਵਾਨ ਪੀੜ੍ਹੀ ਦੀ ਗੱਲ ਕਰ ਲਈਏ ਬਾਬਾ ਜੀ ਨੌਜਵਾਨ ਪੀੜ੍ਹੀ ਦੇ ਵਿੱਚ ਵੀ ਆਪਾਂ ਦੇਖਿਆ ਵੀ ਜੇ ਦੀਵਾਨ ਤੁਸੀਂ ਵੀ ਲਾਉਂਦੇ ਹੋ ਦੀਵਾਨਾਂ ਤੇ ਸਾਨੂੰ ਵੀ ਜਾਣ ਦਾ ਮੌਕਾ ਮਿਲਦਾ ਹੁੰਦਾ ਵੀ ਜਦੋਂ ਸੰਗਤ ਵਿੱਚ ਬੈਠਣਾ ਤੇ ਜ਼ਿਆਦਾ ਬਜ਼ੁਰਗ ਅਵਸਥਾ ਦੇ ਲੋਕ ਸਾਡੇ ਵੀਰ ਬਜ਼ੁਰਗ ਕਹਿ ਲਈਏ ਜਾਂ ਸਾਡੇ ਜਿਹੜੇ 40 ਤੋਂ 45 ਸਾਲ ਦੀ ਏਜ ਵਾਲੇ ਜਿਹੜੇ ਵੱਡੀ ਉਮਰ ਦੇ ਪਿਤਾ ਦੇ ਸਮਾਨ ਜਿਹੜੇ ਹੁੰਦੇ ਆ ਠੀਕ ਹੈ ਨੌਜਵਾਨ ਪੀੜ੍ਹੀ ਬਹੁਤ ਘੱਟ ਬੈਠਦੀ ਹੈ ਜੀ ਹਾਂਜੀ ਨੌਜਵਾਨ ਪੀੜ੍ਹੀ ਦਾ ਬਹੁਤ ਘੱਟ ਤੁਸੀਂ ਦੇਖਦੇ ਹੀ ਆ ਇਹਦੇ ਪਿੱਛੇ ਰੋਲ ਜ਼ਿਆਦਾ ਕਿਤੇ ਕੋਈ ਗਾਇਕੀ ਦਾ ਸਮਝਦੇ ਆ ਬਾਬਾ ਜੀ ਜਾਂ ਕੀ ਅੱਜ ਦੇ ਹਿਸਾਬ ਨਾਲ ਨੌਜਵਾਨ ਪੀੜ੍ਹੀ ਦਾ ਇਹ
ਬਾਬਾ ਜੀ ਇਹੀ ਫਰਕ ਪੈ ਜਾਂਦਾ ਕਿ ਜਿੱਦਾਂ ਹੁਣ ਸਿਆਣੇ ਕਹਿੰਦੇ ਪਾਣੀ ਉੱਚੇ ਬੰਨੇ ਚਾੜਨਾ ਹੋਵੇ ਜੀ ਤੇ ਬੜੇ ਯਤਨ ਕਰਨੇ ਪੈਂਦੇ ਆ, ਜੀ ਤੇ ਪਾਣੀ ਥੱਲੇ ਰੋੜਨਾ ਹੋਵੇ ਤੇ ਕੁਛ ਨਹੀਂ ਕਰਨਾ ਪੈਂਦਾ, ਤੁਸੀਂ ਪਰਾਲਾ ਖੋਲ ਦਿਓ, ਜੀ ਛਾਲਾ ਮਾਰ ਦਿਓ, ਥੱਲੇ ਜਾਂਦਾ। ਜੀ ਬੰਦੇ ਦਾ ਮਨ ਨੀਵੇਂ ਪਾਸੇ ਨੂੰ ਛੇਤੀ ਦੌੜਦਾ, ਜੀ ਉੱਚੇ ਬੰਨੇ ਨੂੰ ਜਾਣਾ ਹੋਵੇ ਤੇ ਬਹੁਤ ਔਖਾ ਕੰਮ ਹੈ। ਜੀ ਹੁਣ ਸੇਵਾ ਕਰਨੀ, ਸਿਮਰਨ ਕਰਨਾ, ਨਾਮ ਜਪਣਾ, ਤਲਕੇ ਉੱਠਣਾ, ਬਾਣੀ ਪੜ੍ਹਨੀ, ਜੀ ਇਹ ਕੰਮ ਕਠਿਨ ਆ, ਠੀਕ ਹੈ ਜੀ। ਤੇ ਜਿਹੜਾ ਦੂਜਾ ਰੋਲ ਆ ਜਿੱਦਾਂ ਹੁਣ ਗਾਉਣ ਵਾਲਿਆਂ ਦਾ, ਜੀ ਤੇ ਇਹ ਬੰਦੇ ਦਾ ਮਨ ਛੇਤੀ ਉੱਥੇ ਪਸੀਜਿਆ ਜਾਂਦਾ, ਜੀ ਜੀ ਇਹ ਛੇਤੀ ਉੱਧਰ ਦਿਆਲ ਹੋ ਜਾਂਦਾ। ਜੀ ਬੰਦੇ ਦੇ ਅੰਦਰ ਇੱਕ ਹਰ ਇੱਕ ਦੇ ਜਿਹੋ ਜਿਹੀ ਅੰਦਰ ਭਾਵਨਾ ਉਹੋ ਜਿਹੀ ਨਾਲ ਜੁੜ ਜਾਂਦਾ ਨਾ, ਜੀ ਜੀ ਤੇ ਬੰਦੇ ਦਾ ਮਨ ਮਾੜੇ ਬੰਨੇ ਨੂੰ ਛੇਤੀ ਚਲ ਜਾਂਦਾ, ਚੰਗੇ ਬੰਨੇ ਨੂੰ ਔਖਾ ਜਾਂਦਾ। ਜੀ ਤੇ ਕੁਝ ਸਾਡੀਆਂ ਜਿੱਦਾਂ ਹੁਣ ਪ੍ਰਚਾਰ ਕਰਦੇ ਆ, ਕੁਝ ਸਾਡੀ ਨਿੱਕੀਆਂ ਨਿੱਕੀਆਂ ਗੱਲਾਂ ਦੇਖ ਕੇ ਉਹਨਾਂ ਦਾ ਮਨ ਫਿੱਕਾ ਪੈਂਦਾ ਰਹਿੰਦਾ, ਬਿਲਕੁਲ ਜੀ। ਉਸ ਕਰਕੇ ਵੀ ਥੋੜੇ ਜਿਹੇ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਜੀ ਬਾਹਰ ਜਾਣ ਦਾ ਜੀ। ਜੀ ਤੇ ਬਾਕੀ ਇਸ ਕਰਕੇ ਪਿਛਾ ਰਹਿ ਜਾਂਦੇ। ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ ਜੀ, ਤਕਰੀਬਨ ਇਹਨਾਂ ਦਿਨਾਂ 'ਚ ਤਾਂ ਬਹੁਤ ਜ਼ਿਆਦਾ ਵੱਧ ਗਿਆ ਜੀ। 2015 ਤੋਂ ਲੈ ਕੇ ਅੱਜ ਵੀ ਇੱਧਰ ਰੋਪੜ ਏਰੀਏ, ਡੇਰਾ ਬਸੀ ਏਰੀਏ ਦੇ ਵਿੱਚ ਆ, ਮੈਂ ਖਬਰ ਪੜ੍ਹਦਾ ਸੀ ਹੁਣੇ ਹੀ ਆਪਣੇ ਇੰਟਰਵਿਊ ਤੋਂ ਪਹਿਲਾਂ, ਠੀਕ ਹੈ, ਡੇਰਾ ਬਸੀ 'ਚ ਅੱਜ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ ਜੀ। ਠੀਕ ਹੈ। ਕਾਰਨ ਕੀ ਬਣ ਰਿਹਾ ਜੀ, ਵੀ ਕਿਉਂ ਨਹੀਂ ਤਵੱਜੋ ਦਿੱਤੀ ਜਾ ਰਹੀ? ਇੱਕ ਆਮ ਗੱਲ ਨਹੀਂ ਹੋ ਜਾਂਦੀ ਬਾਬਾ ਜੀ ਵੀ ਹੋ ਗਈ ਤਾਂ ਹੋ ਗਈ, ਤੁਹਾਨੂੰ ਕੀ ਇਹਦੇ ਨਾਲ ਨਾ, ਹਾਂਜੀ ਹਾਂਜੀ, ਮਤਲਬ ਉਹ ਇਹ ਬਾਰ-ਬਾਰ ਹੋਣ ਦਾ ਯਤਨ ਕਿਉਂ ਹੋ ਰਿਹਾ? ਇਹ ਕਰਵਾ ਰਹੇ ਨੇ, ਹੋ ਤਾਂ ਨਹੀਂ ਰਹੀਆਂ ਇਹ। ਹਾਂਜੀ, ਇਹ ਜਿਹੜੇ ਰਾਜਨੀਤਿਕ ਲੋਕ ਆ ਜੀ, ਇਹ ਜਿੱਦਾਂ ਆਪਣੇ ਸੰਗਤਾਂ ਦਾ ਜਿਹੜਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਜੀ ਇਦਾਂ ਦੀਆਂ ਗੰਦੀਆਂ ਚਾਲਾਂ ਚੱਲੀ ਜਾਂਦੇ ਆ। ਜੀ ਜੀ ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਇੱਕੋ ਤਰੀਕੇ ਨਾਲ ਰੁਕ ਸਕਦੀ ਆ, ਜੀ ਜਿੱਦਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿੰਦੇ ਸੀ, ਜੀ ਕਹਿੰਦੇ ਜਿੱਥੇ ਕਿਸੇ ਦੀ ਧੀ ਭੈਣ ਨੂੰ ਬੇਪਤ ਕਰਦਾ ਜੀ ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਜੀ ਉਹਨੂੰ ਸੋਧਾ ਲਾ ਕੇ ਮੇਰੇ ਕੋਲ ਆ ਜਾਓ, ਜੀ ਬਸ ਇਹਦਾ ਇਲਾਜ ਤਾਂ ਇਹੀ ਆ। ਜੀ ਜੀ ਉੱਦਾਂ ਹੁਣ ਇਹਨੂੰ ਜੇ ਆਪਾਂ ਉੱਦਾਂ ਨਹੀਂ ਵੇਖਦੇ ਤੇ ਫਿਰ ਇਹਨੂੰ ਕਿਤਾਬ ਹੀ ਸਮਝਦੇ ਆ, ਤੇ ਬਿਲਕੁਲ ਜੇ ਗੁਰੂ ਗ੍ਰੰਥ ਸਾਹਿਬ ਸਮਝਦੇ ਹੋ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ, ਤੁਸੀਂ ਇਹਦਾ ਨਿਆਂ ਨਹੀਂ ਲੈ ਸਕਦੇ। ਜੀ 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 ਫਿਰ ਨਿਆਂ ਤੇ ਆਪ ਹੀ ਕਰਨੇ ਪੈਣੇ, ਕੁਰਬਾਨੀਆਂ ਦੇਣੀਆਂ ਪੈਂਦੀਆਂ। ਜੀ ਸਿੰਘ ਇੱਕ ਹੀ ਮੰਨ ਜਾਏ ਜੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜੀ ਤੇ ਉਹਦੀ ਫੱਟੀ ਪੋਚਣੀ ਆ। ਬਿਲਕੁਲ ਬਾਬਾ ਜੀ, ਜਿੱਦਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਲਾਡਲੀ ਫੌਜ ਦਾ ਇੱਕ ਮਹਾਰਾਜ ਨੇ ਜਿਹੜਾ ਖਿਤਾਬ ਦੇ ਦਿੱਤਾ, ਹਾਂਜੀ, ਗੁਰੂ ਸਾਹਿਬ ਨੇ ਜਿਹੜੀਆਂ ਫੌਜਾਂ ਸਾਜੀਆਂ ਸੀ, ਲਾਡਲੀਆਂ ਫੌਜਾਂ ਦਾ ਖਿਤਾਬ ਦਿੱਤਾ ਸੀ। ਥੋੜ੍ਹਾ ਜਿਹਾ ਨਿਹੰਗ ਸਿੰਘ ਜਥੇਬੰਦੀਆਂ ਦਾ ਆਪਾਂ ਥੋੜ੍ਹਾ ਜਿਹਾ ਜ਼ਿਕਰ ਕਰ ਦਈਏ ਵਿੱਚ, ਵੀ ਮਹਾਰਾਜ ਨੇ ਕਿਵੇਂ ਫੌਜਾਂ ਸਾਜੀਆਂ, ਕਿਉਂ ਸਾਜੀਆਂ, ਕਦੋਂ ਸਾਜੀਆਂ? ਇਹ ਨਿਹੰਗ ਸਿੰਘ ਜਿਹੜੇ ਫੌਜਾਂ, ਇਹ ਤਾਂ ਬਾਬਾ ਫਤਿਹ ਸਿੰਘ ਦੀਆਂ ਫੌਜਾਂ ਵੀ ਇਹਨਾਂ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਕਿ ਬਾਬਾ ਫਤਿਹ ਸਿੰਘ ਤੇ ਮੌਜ ਵਿੱਚ ਬੈਠੇ ਸੀ ਤਾਂ ਚਾਰੇ ਸਾਹਿਬਜ਼ਾਦੇ ਖੇਡਦੇ ਸੀ, ਜੀ ਤੇ ਬਾਬਾ ਫਤਿਹ ਸਿੰਘ ਕਹਿਣ ਲੱਗੇ ਵੀ ਮੈਨੂੰ ਵੀ ਖਿਡਾ ਲਓ, ਜੀ ਤੇ ਉਹ ਕਹਿਣ ਲੱਗੇ ਵੀ ਤੂੰ ਛੋਟਾ ਆ ਜੇ, ਜੀ ਫਿਰ ਜਦੋਂ ਤੂੰ ਵੱਡਾ ਹੋ ਫਿਰ ਤੈਨੂੰ ਖਿਡਾਵਾਂਗੇ। ਉਹ ਕਹਿੰਦੇ ਅੰਦਰ ਗਏ, ਉਹਨੇ ਦਮਾਲੇ ਸਜਾ ਕੇ, ਜੀ ਇਹਦਾ ਫਰਲਾ ਸਜਾ ਕੇ, ਜਿੱਦਾਂ ਬੱਚੇ ਦਮਾਲਾ ਸਜਾਉਂਦੇ ਹਾਂਜੀ ਹੋਣਗੇ ਹਾਂਜੀ ਹਾਂਜੀ ਉਹਨੇ ਇੱਦਾਂ ਸਜਾਇਆ ਹੋਵੇਗਾ, ਤੇ ਆ ਕੇ ਬਹਿ ਗਏ। ਮਹਾਰਾਜ ਕਹਿੰਦੇ ਲਓ ਪਿਤਾਜੀ ਮੈਂ ਵੱਡਾ ਹੋ ਗਿਆ ਜੀ, ਤੇ ਹੁਣ ਮੇਰੇ ਵੀਰਾਂ ਨੂੰ ਕੋ ਮੈਨੂੰ ਵੀ ਖਿਡਾ ਲੈਣ। ਠੀਕ ਹੈ ਤੇ ਜੀ, ਮਹਾਰਾਜ ਨੇ ਉੱਤੇ ਇੰਨੇ ਪ੍ਰਸੰਨ ਹੋ ਗਏ ਤੇ ਬਾਬਾ ਫਤਿਹ ਸਿੰਘ ਦਾ ਦਲ ਤੋਰਾਂਗੇ। ਠੀਕ ਹੈ ਠੀਕ ਤੇ ਹੈ ਲਾੜਲਾ ਫਤਿਹ ਛੋਟਾ ਬੱਚਾ ਹੁੰਦਾ ਹੀ ਆ, ਜੀ ਜੀ ਫਿਰ ਉਹਦੀਆਂ ਬਾਬਾ ਫਤਿਹ ਸਿੰਘ ਦੀਆਂ ਫੌਜਾਂ, ਤੇ ਜਿਹੜੀਆਂ ਫਤਿਹ ਸਿੰਘ ਦੀਆਂ ਫੌਜਾਂ ਫਿਰ ਲਾੜਲੀਆਂ ਫੌਜਾਂ ਹੋ ਗਈਆਂ ਜੀ। ਠੀਕ ਹੈ ਜੀ, ਠੀਕ ਤੇ ਹੈ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਣੇ ਨੂੰ ਪਿਆਰ ਬਹੁਤ ਕਰਦੇ ਸੀ। ਜੀ ਜੀ ਅੱਜ ਵੀ ਤੁਸੀਂ ਬਾਣੇ ਨੂੰ ਸਤਿਕਾਰ ਬਹੁਤ ਮਿਲਦਾ ਜੀ। ਬਿਲਕੁਲ ਜੀ, ਠੀਕ ਹੈ ਜੀ। ਤੁਸੀਂ ਇੱਥੋਂ ਬਾਣਾ ਆਪਾਂ ਪਾ ਕੇ ਤੁਸੀਂ ਇੱਥੋਂ ਬਾਹਰ ਚਲ ਜਾਓ ਕਿਸੇ ਵੀ ਸਟੇਟ ਵਿੱਚ, ਜੀ ਫਿਰ ਵੀ ਤੁਹਾਡਾ ਇਹ ਬਾਣੇ ਦਾ ਅੱਜ ਕੁਦਰਤੀ ਪ੍ਰਭਾਵ ਹੈ ਜੀ। ਪ੍ਰਭਾਵ ਜੀ, ਜੇ ਬਾਣੀ ਹੋਵੇ ਨਾਲ ਤੇ ਫਿਰ ਤਾਂ ਬਹੁਤ ਹੀ ਵਧੀਆ ਗੱਲ, ਫਿਰ ਸੋਨੇ ਤੇ ਸੁਹਾਗਾ। ਜੀ 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 ਤੇ ਜੇ ਇਕੱਲਾ ਬਾਣਾ, ਫਿਰ ਵੀ ਇਹਦੇ ਬਾਣੇ ਦੀ ਸਤਿਕਾਰ ਕਰਨ ਵਾਲੇ ਬਹੁਤ ਤੁਹਾਨੂੰ ਮਿਲ ਜਾਂਦੇ। ਜੀ 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 ਇਹ ਜਿੱਥੇ ਤੱਕ ਬਾਬਾ ਜੀ ਪੜ੍ਹਨ ਨੂੰ ਵੀ ਇਤਿਹਾਸ ਦੇ ਵਿੱਚ ਮਿਲਦਾ ਰਹਿੰਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਵੀ ਜਿਹੜੀ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੋਹਰੀ ਕੋਲ ਹੀ ਰਹੀ ਹੈ ਜੀ। ਹਾਂਜੀ, ਅਕਾਲੀ ਫੂਲਾ ਸਿੰਘ ਜੀ ਦਾ ਜਨਮ ਜ਼ਿਆਦਾ ਪ੍ਰਭਾਵ ਆਉਂਦਾ ਜੀ। ਜੀ ਅਕਾਲੀ ਫੂਲਾ ਸਿੰਘ ਜਿਹੜੇ ਜਥੇਦਾਰ ਸੀ ਨਾ ਅਕਾਲ ਤਖਤ ਦੇ, ਜੀ ਜੀ ਉਹ ਬੜੇ ਉੱਚੇ ਤੇ ਸੁੱਚੇ ਜੀਵਨ ਵਾਲੇ ਹੁੰਦੇ ਸੀ। ਜੀ ਜੀ ਉਹ ਲਾਲਚ ਵਸ ਨਹੀਂ ਹੁੰਦੇ ਸੀ। ਜੀ ਜਥੇਦਾਰ ਕਦੇ ਤਨਖਾਹ ਨਹੀਂ ਲੈਂਦਾ ਜੀ। ਠੀਕ ਹੈ ਜੀ। ਇਹ ਪਹਿਲਾਂ ਆਪਾਂ ਜਦੋਂ ਪ੍ਰਾਤਨ ਸਿੰਘਾਂ ਕੋਲ ਸੁਣਦੇ ਆਏ ਆ, ਜਥੇਦਾਰ ਕਦੇ ਜੀਵਨ ਦੇ ਵਿੱਚ ਤਨਖਾਹ ਨਹੀਂ ਲੈਂਦਾ। ਜਿਹੜੇ ਅਕਾਲ ਤਖਤ ਸਾਹਿਬ ਦੇ ਕਿਤੇ ਵੀ ਜਥੇਦਾਰ ਜਿਹੜਾ ਹੋਵੇ ਨਾ ਜੀ, ਜੀ ਜਿੱਦਾਂ ਆਪਣੇ ਪੰਥ ਦੇ ਜਥੇਦਾਰ ਆ, ਉਹ ਤਨਖਾਹ ਨਹੀਂ ਲੈਂਦੇ ਜੀ। ਠੀਕ ਹੈ, ਇਹ ਮੰਨਿਆ ਜਾਂਦਾ ਜੀ। ਤੇ ਜਥੇਦਾਰ ਜੀਵਨ ਵਿੱਚ ਕਦੇ ਮਾਫੀ ਨਹੀਂ ਮੰਗਦਾ ਜੀ। ਇਹ ਤਾਂ ਪੁਰਾਣੀਆਂ ਗੱਲਾਂ ਰਹਿ ਗਈਆਂ ਜੀ ਹੁਣ ਹਾਂਜੀ ਦੇ ਹਿਸਾਬ ਨਾਲ। ਫਿਰ ਉਹ ਨਿਆਂ ਕਰਦੇ ਸੀ ਨਾ ਜੀ। ਜੀ ਉਹਨੇ ਫੈਸਲਾ ਭਾਵੇਂ 10 ਦਿਨ ਲੇਟ ਕਰ ਦੇਣ, ਜੀ ਪਰ ਉਹਨੇ ਨਿਆਂ ਕਰਨਾ ਬਿਲਕੁਲ ਸੱਚ। ਹੁਣ ਅਕਾਲੀ ਫੂਲਾ ਸਿੰਘ ਆ, ਜੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਉਣ ਵਾਲਾ ਸੀ। ਜੀ ਜੀ ਬਿਲਕੁਲ। ਤੇ ਉਹਦੀ ਦੇਗ ਬਣਦੀ ਸੀ, ਅਰਦਾਸ ਹੁੰਦੀ ਸੀ, ਅਰਦਾਸ ਬੰਦ ਕਰਵਾ ਦਿੱਤੀ। ਐਡੀ ਜ਼ੁਰਤ ਰੱਖਦੇ ਸੀ ਜੀ। ਪਰ ਜਥੇਦਾਰ ਉਹ ਫਿਰ ਜੀਵਨ ਵਾਲੇ ਸੀ ਨਾ ਜੀ। ਜੀ ਜੀ ਅੱਜ ਦੇ ਜਥੇਦਾਰ ਤਾਂ ਮੰਨ ਲਓ ਕਿ ਚੌਧਰਾਂ ਦੇ ਜ਼ਿਆਦਾ ਹੋ ਗਏ ਆ ਜੀ। ਜਿਹਦੇ ਵਿਰਲੇ ਹੋਣਗੇ ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਰਹਿਮਤ ਆ, ਬਿਲਕੁਲ ਤੇ ਉਹ ਸਿੱਖੀ ਨੂੰ ਅੰਦਰੋਂ ਪਿਆਰ ਕਰਕੇ। ਜੀ ਨਹੀਂ ਤਾਂ ਉਦਾਂ ਗੱਲਾਂ ਹੋਰ ਹੁੰਦੀਆਂ ਤੇ ਜੀਵਨ ਵਿੱਚ ਹੋਰ ਹੁੰਦੀ। ਜੀ ਆਪ ਜੀ ਵੀ ਗੁਰੂ ਅਸਥਾਨ ਚਲਾ ਰਹੇ ਹੋ ਬਾਬਾ ਜੀ, ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਹੋ, ਜਿਹੜੇ ਇਹ ਆਪ ਜੀ ਨੇ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਆਮ ਨਗਰਾਂ 'ਚ ਜਿਹੜੇ ਗੁਰਦੁਆਰਾ ਸਾਹਿਬ ਬਣੇ ਆ,
ਹਾਂਜੀ ਸੰਗਤ ਨੇ ਬਣਾਏ ਹੈ। ਬਹੁਤੀ ਗੱਲ ਤਾਂ ਲੜ ਕੇ ਬਣਾ ਲਏ ਜੀ ਜ਼ਿਆਦਾ, ਹਾਂਜੀ ਹਨਾ ਜੀ। ਹੁਣ ਉੱਥੇ ਜਿਹੜੇ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਜਿਹੜੇ ਆ ਜੀ, ਹਾਂਜੀ ਉਹਨਾਂ ਦਾ ਬਰਾਬਰ ਮੰਨਦੇ ਆਪਾਂ ਵੀ ਸਤਿਕਾਰ ਹੋ ਰਿਹਾ ਜੀ? ਨਹੀਂ ਜੀ, ਬਹੁਤ ਘੱਟ ਹੈ। ਗ੍ਰੰਥੀ ਨੂੰ ਤੇ ਇੱਕ ਆਪਾਂ ਤਨਖਾਹੀਆਂ ਗਿਣਦੇ ਹਾਂ ਕਿ ਤਨਖਾਹ ਦੇ ਕੇ ਜੀ ਜਦੋਂ ਆਪਾਂ ਕੋਈ ਕੰਮ ਵਾਲਾ ਰੱਖਿਆ, ਕੋਈ ਨੌਕਰ ਰੱਖਿਆ, ਜੀ 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 ਸਿਰਫ ਇੱਕ ਉਹਦੀ ਨੌਕਰ ਤੋਂ ਵੱਧ ਉਹਦੀ ਹੈਸੀਅਤ ਨਹੀਂ ਆਪਾਂ ਗਿਣਦੇ, ਜੀ। ਕਿਉਂਕਿ ਜਿਹਦੀ ਕਿਤੇ ਨਹੀਂ ਚੱਲਦੀ ਉਹ ਗ੍ਰੰਥੀ ਤੇ ਆਣ ਕੇ ਰੂਹ ਪਾਉਂਦਾ ਹਾਂ ਬਿਲਕੁਲ ਜੀ। ਤੇ ਆਪ ਉਹਨੀ ਹਾਜ਼ਰੀ ਨਹੀਂ ਭਰਨੀ। ਜੀ ਨਹੀਂ ਤਾਂ ਜਦੋਂ ਪ੍ਰਬੰਧਕ ਆ ਜੀ ਤੇ ਜੇ ਉਹ ਚਾਹਣ ਤੇ 5 ਮੈਂਬਰੀ ਕਮੇਟੀ ਆ, 10 ਮੈਂਬਰੀ ਕਮੇਟੀ ਆ, ਜੀ ਰੋਜ਼ 2 ਆਣ ਕੇ ਸਵੇਰੇ ਸੇਵਾ ਕਰ ਸਕਦੇ, ਨਾਲ ਸਾਥ ਦੇ ਸਕਦੇ ਗ੍ਰੰਥੀ ਦਾ। ਜੀ ਬਿਲਕੁਲ। ਇਹ ਉਹ ਤਾਂ ਗੁਰੂ ਘਰ ਆਉਂਦੇ ਵਿਰਲੇ। ਜੀ 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 ਅਜੇ ਵਿਦੇਸ਼ਾਂ ਵਿੱਚ ਤੁਸੀਂ ਦੇਖਦੇ ਹੋ, ਜੀ ਅਸੀਂ ਵਿਦੇਸ਼ਾਂ ਵਿੱਚ ਗਏ ਆ, ਮੈਂ ਗ੍ਰੀਸ ਵਿੱਚ ਵੀ ਐਤਕੀ ਦੇਖਿਆ ਸੀ, ਜੀ ਉਹ ਤਕਰੀਬਨ 4 ਵਜੇ ਪ੍ਰਕਾਸ਼ ਕਰਦੇ ਜੀ ਤੇ 3:30 ਵਜੇ ਉੱਥੇ 5-7 ਸਿੰਘ ਪ੍ਰਕਾਸ਼ ਕਰਵਾਉਣ ਵਾਲੇ ਹੁੰਦੇ ਸੀ। ਹਾਜ਼ਰ ਹੋ ਜਾ। ਉਹਨਾਂ ਦੀ ਡਿਊਟੀ ਹੁੰਦੀ ਸੀ ਕਿ ਤੂੰ ਭਾਜੀ ਸਵੇਰੇ ਪ੍ਰਕਾਸ਼ ਤੁਸੀਂ ਕਰਵਾਉਣਾ। ਠੀਕ ਹੈ ਤੇ ਜੇ ਉਹ ਕਿਸੇ ਕਾਰਨ ਕਰਕੇ ਅੱਜ ਨਹੀਂ ਆ ਸਕਦੇ, ਜਾਂ ਡਿਊਟੀ ਆ ਜਾਂ ਕੋਈ ਕੰਮ ਆ, ਜੀ ਫਿਰ ਦੂਜੇ ਸਿੰਘ ਦੀ ਡਿਊਟੀ ਲਾਉਣੀ ਵੀ ਸਵੇਰੇ ਪ੍ਰਕਾਸ਼ ਕਰਨ ਵਾਸਤੇ ਤੁਸੀਂ ਆਉਣਾ। ਠੀਕ ਹੈ ਜੀ। ਉੱਥੇ ਇਹੋ ਜਿਹੀ ਭਾਵਨਾ ਰੱਖਦੇ ਆ, ਜੀ ਮੈਂ ਦੇਖਿਆ ਹਨ। ਸਾਡੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸਾਡੇ ਤੇ ਜੇ ਗ੍ਰੰਥੀ ਆ ਇਕੱਲਾ ਹੀ ਨਿਤਨੇਮ ਕਰ ਜਾਂਦਾ ਜੀ, ਜੀ ਇਕੱਲਾ ਹੀ ਰਹਿ ਰਸ ਕਰ ਲੈਂਦਾ ਜੀ, ਜੀ ਜੀ ਨਾ ਕੋਈ ਅੰਦਰ ਮੱਥਾ ਟੇਕਣ ਆਉਂਦਾ। ਮੰਨ ਲਓ ਜੇ ਕੋਈ ਕੁੱਤਾ ਵੀ ਅੰਦਰ ਵੜ ਜਾਏ, ਬਾਬਾ ਜੀ ਬਣਦਾ ਸਤਿਕਾਰ ਵੀ ਨਹੀਂ ਦਿੱਤਾ ਜਾਂਦਾ, ਜਿਵੇਂ ਕਹਿ ਦਈਏ ਵੀ ਮਾਇਆ ਦੇ ਤੌਰ ਤੇ ਵੀ ਬੱਚੇ ਚੰਗੇ ਸਕੂਲੇ ਪੜ੍ਹ ਸਕਣ ਜਾਂ ਚੰਗੇ ਕਾਲਜਾਂ 'ਚ ਪੜ੍ਹ ਸਕਣ। ਹਾਂਜੀ ਇਹ ਗੱਲ ਆਪਾਂ ਸਹਿਮਤ ਆ। ਜੀ ਆਪ ਤਾਂ ਕਹਿਣਗੇ ਸਾਨੂੰ 30,000 ਦੀ ਪੈਨਸ਼ਨ ਮਿਲ ਜਾਏ, ਜੀ 40 ਦੀ ਮਿਲ ਜਾਏ, ਜੀ ਤੇ ਗ੍ਰੰਥੀ ਨੂੰ ਕਹਿੰਦੇ 5,000 ਬਹੁਤ ਆ। ਜੀ 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 ਆ ਕੱਲ ਪਰਸੋਂ ਵੀ ਮੇਰੇ ਨਾਲ ਗੱਲ ਹੁੰਦੀ ਸੀ, ਜੀ ਉਹ ਮੈਨੂੰ ਕਹਿੰਦਾ ਵੀ ਗ੍ਰੰਥੀ ਬਦਲ ਗਏ, ਜੀ ਦੌੜੇ ਫਿਰਦੇ ਖੰਡ ਪਾਠਾਂ ਦੇ ਵਿੱਚ, ਕਿ ਇੱਧਰ ਡਿਊਟੀ ਲਾਣਾ ਇੱਧਰ ਲਾ ਲਾ। ਜੀ ਤੇ ਮੈਂ ਉਹਨੂੰ ਇੱਕ ਸਵਾਲ ਕੀਤਾ, ਮੈਂ ਸਿੰਘ ਸਾਹਿਬ ਜੀ ਮੈਨੂੰ ਇਹ ਦੱਸੋ ਕਿ ਅੱਜ ਖੰਡ ਪਾਠ ਦੀ ਭੇਟਾ 5,000 ਚੱਲਦੀ ਹੈ, ਆ ਬਿਲਕੁਲ ਠੀਕ ਹੈ ਜੀ, ਤੇ ਤੀਜੇ ਦਿਨ ਨੂੰ 1,000 ਰੁਪਇਆ ਮਿਲਦਾ। ਜੀ ਜੇ ਖੰਡ ਪਾਠੀ ਨੂੰ ਰੋਜ਼ ਵੀ ਖੰਡ ਪਾਠ ਮਿਲ ਜਾਏ ਤੇ 1 ਮਹੀਨੇ ਦੇ ਵਿੱਚ 10 ਖੰਡ ਪਾਠ ਨਹੀਂ ਹੁੰਦੇ। ਜੀ ਅੱਬਲ ਤਾਂ 10 ਹੁੰਦੇ ਨਹੀਂ ਨਹੀਂ ਖੰਡ ਹੁੰਦੇ ਪਾਠਾਂ ਨਹੀਂ ਦੇ, ਹੁੰਦੇ ਜੀ। 5 ਜਾਂ 6 ਖੰਡ ਪਾਠ ਕਰ ਸਕਦਾ। ਜੀ ਜੇ 10 ਵੀ ਮੰਨ ਲਈਏ ਤੇ 10,000 ਰੁਪਇਆ ਮਹੀਨੇ ਦਾ ਹੀ ਬਣਿਆ ਜੀ। ਹਨਾ? ਜੀ 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 ਜੇ ਖੰਡ ਪਾਠੀ 10,000 ਰੁਪਏ ਮਹੀਨੇ ਦਾ ਲੈਂਦਾ, ਜੀ ਉਹਦੇ ਵਿੱਚੋਂ ਉਹਨੇ 3,000 ਦਾ ਬਿੱਲ ਆ ਜਾਂਦਾ ਜੀ। ਆ ਬਿਲਕੁਲ ਜੀ। ਠੀਕ ਹੈ ਜੀ। ਹੁਣ ਅਸੀਂ ਚਾਹੁੰਦੇ ਸਾਡੇ ਨਿਆਣੇ ਕਨਵੈਂਟ ਪੜ੍ਹਨ, ਵੱਡੇ ਸਕੂਲੇ ਪੜ੍ਹਨ, ਹਨਾ, ਜੀ ਤੇ ਇਹ CBSE ਪੜ੍ਹਨ, ਆ ਬਿਲਕੁਲ ਤੇ ਜੀ। ਗ੍ਰੰਥੀ ਦਾ ਨਿਆਣਾ ਪ੍ਰਾਇਮਰੀ ਸਕੂਲ 'ਚ ਪੜ੍ਹੇ। ਆ ਬਿਲਕੁਲ ਜੀ। ਤੇ ਗ੍ਰੰਥੀ ਵੀ ਚਾਹੁੰਦਾ ਕਿ ਮੇਰੇ ਨਿਆਣੇ ਉੱਚੇ ਜੀਵਨ ਨਾਲ ਹੋਣ, ਕਦੇ ਵਧੀਆ ਸਟੂਡੈਂਟ ਬਣਨ, ਕਦੇ ਵਧੀਆ ਕੋਈ ਤਰੱਕੀ ਕਰਨ। ਜੀ ਜੀ ਇਹਨਾਂ ਕਮੀਆਂ ਕਰਕੇ ਸਾਡਾ ਕੋਈ ਅੱਜ ਦੇ ਸਮੇਂ ਵਿੱਚ ਕੋਈ ਬੱਚਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ। ਕਿਤੇ ਦੇਖਿਆ ਜਾਵੇ ਬਾਬਾ ਜੀ, ਗੁਰਦੁਆਰਾ ਸਾਹਿਬ ਤੇ ਤਾਂ 1.5 2 ਕਰੋੜ ਰੁਪਈਆ ਲਾ ਲੈਨੇ ਅਸੀਂ ਤਿਆਰ ਕਰਨ ਵਾਸਤੇ, ਹਾਂਜੀ ਪਰ ਜਿਹੜਾ ਉਹ ਜੇ ਹੁਣ ਸਕੂਲ ਤਾਂ ਭਾਵੇਂ 10 ਕਰੋੜ ਰੁਪਈਆ ਲਾ ਕੇ ਬਣਾਇਆ ਹੋਵੇ, ਹਾਂਜੀ ਵਿੱਚ ਟੀਚਰ ਹੀ ਕੋਈ ਡਿਗਰੀ ਵਾਲਾ ਨਾ ਹੋਊਗਾ ਜਾਂ ਚੰਗੀ ਸਿੱਖਿਆ ਦੇਣ ਵਾਲਾ ਨਾ ਹੋਊਗਾ, ਜਾਂ ਜਿਹੜਾ ਡਿਗਰੀ ਵਾਲਾ ਟੀਚਰ ਹੈ ਬਾਬਾ ਜੀ ਉਹਨੇ 2,000 4,000 ਨੂੰ ਆਉਣਾ ਨਹੀਂ ਹੈਗਾ, ਹਾਂਜੀ। ਤੇ ਫਿਰ ਉਹ ਬਣੀ ਬਿਲਡਿੰਗ ਨੇ ਥੋੜਾ ਉਹਨੂੰ ਗਿਆਨ ਦੇ ਦੇਣਾ। ਇਹਨਾਂ ਨੂੰ ਜਿੱਦਾਂ ਸੋਝੀ ਮੰਨ ਲਓ ਕਿ ਨਹੀਂ ਰੱਖਦੇ ਇਸ ਗੱਲ ਨੂੰ ਜੀ ਕਿ ਜਿਹੜਾ ਗੁਰਦੁਆਰਾ, ਇਸ ਲਈ ਸਿਆਣੇ ਕਹਿੰਦੇ ਗੁਰਦੁਆਰੇ ਦਾ ਗ੍ਰੰਥੀ ਮਾਂ ਹੁੰਦੀ ਹੈ, ਜੀ ਬਿਲਕੁਲ। ਤੇ ਗ੍ਰੰਥੀ ਤੋਂ ਬਗੈਰ ਗੁਰਦੁਆਰਾ ਨਹੀਂ ਹੁੰਦਾ। ਨਹੀਂ ਹੁੰਦਾ ਤੇ ਜਿੱਦਾਂ ਮਾਂ ਤੋਂ ਬਗੈਰ ਪਰਿਵਾਰ ਨਹੀਂ ਹੁੰਦਾ ਜੀ, ਜੀ ਜੀ ਤੇ ਗ੍ਰੰਥੀ ਤੋਂ ਬਗੈਰ ਗੁਰਦੁਆਰਾ ਨਹੀਂ ਚੱਲ ਸਕਦਾ। ਜੀ 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 ਹੁਣ ਜਿਹੜੀ ਸੇਵਾ ਸੰਭਾਲ ਕਰਨੀ ਆ, ਆਓ ਭਗਤ ਕਰਨੀ ਆ, ਜੇ ਗ੍ਰੰਥੀ ਨੂੰ ਤੁਸੀਂ ਬਣਦਾ ਮਾਣ ਸਤਿਕਾਰ, ਉਹਦੀ ਪੂੰਜੀ, ਉਹਨੂੰ ਮਾਇਆ ਦਿਓ, ਜੀ ਵਧੀਆ ਤਰੀਕੇ ਨਾਲ ਸਤਿਕਾਰ ਉਹਦਾ ਕਰੋ, ਜੀ ਤੇ ਜੇ ਕਿਤੇ ਉਣਤਾ ਹੀ ਹੁੰਦੀ ਤੁਸੀਂ ਉਹਨੂੰ ਕਹਿ ਸਕਦੇ, ਫਿਰ ਬਿਲਕੁਲ ਜੀ ਤੇ ਤੁਹਾਨੂੰ ਕਹਿਣ ਦਾ ਹੱਕ ਵੀ ਹੈ। ਫਿਰ ਬਿਲਕੁਲ ਜੇ ਤੁਸੀਂ ਉਹਦਾ ਪੂਰਾ ਮਾਣ ਕਰਦੇ ਤੇ ਉਹਨੂੰ ਕਹੋ ਵੀ ਤੁਸੀਂ ਪੂਰਾ ਆਪਣੀ ਮਰਜ਼ਾਦਾ ਵਿੱਚ ਆਪਣੀ ਡਿਊਟੀ ਨੂੰ ਪੂਰੀਆਂ ਨਿਭਾਓ। ਜੀ 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 ਫਿਰ ਆਪਾਂ ਕਹਿ ਸਕਦੇ ਹਾਂ। ਜਦੋਂ ਆਪਾਂ ਦੇਣਾ ਕੁਛ ਨਹੀਂ, ਡਿਊਟੀ ਉਹਦੇ ਕੋਲ ਪੂਰੀ ਲੱਭਦੇ ਹਾਂ। ਜੀ ਸਵੇਰ 24 ਘੰਟੇ ਦੀ ਡਿਊਟੀ ਗ੍ਰੰਥੀ ਦੀ। ਬਿਲਕੁਲ ਜੀ। ਹੁਣ ਜੀ ਕੋਈ ਬੇਅਦਬੀ ਹੁੰਦੀ, ਕੋਈ ਇਦਾਂ ਦਾ ਹੈਪਨ ਹੁੰਦਾ, ਜੀ ਉਸੇ ਵੇਲੇ ਕਹਿੰਦੇ ਜੀ ਗ੍ਰੰਥੀ ਦੀ ਡਿਊਟੀ ਬਣਦੀ ਹੈ, ਜੀ, ਅਸੀਂ ਜੀ। ਗ੍ਰੰਥੀ ਨੂੰ ਫੜੋ। ਜੀ ਜੀ ਤੇ ਗ੍ਰੰਥੀ ਨੂੰ 24 ਘੰਟੇ ਕਿੱਦਾਂ ਬਹਿ ਜਾਊਗਾ ਜੀ? ਬਿਲਕੁਲ ਜੀ। ਠੀਕ ਹੈ ਜੀ। ਅਗਰ ਆਪਣੀ ਡਿਊਟੀ ਕਰਦਾ, ਸੇਵਾਦਾਰ ਆ, ਪਿੰਡ ਦੇ ਵਿੱਚ 900 ਵੋਟ ਆ, ਜੀ ਤੇ ਤੁਸੀਂ ਘੰਟਾ ਰੱਖ ਲਓ, 2 ਘੰਟੇ ਰੱਖ ਲਓ, ਜੀ 24 ਘੰਟੇ ਡਿਊਟੀ ਕਰ ਲਓ। ਜੀ ਅਸੀਂ ਆਪ ਨਹੀਂ ਜਾਣਾ, ਅਸੀਂ ਚਾਹੁੰਦੇ ਉਹਨੂੰ 5,000 ਰੁਪਏ ਦੇ, ਤਾਂ ਹੁਣ ਉਹਦੀ ਡਿਊਟੀ ਬਣ ਜੀ 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 ਇਦਾਂ ਵੀ ਹੁੰਦਾ ਸਾਧ ਸੰਗਤ। ਕਈ ਵਾਰੀ ਆਪਾਂ ਦੇਖਦੇ ਵੀ ਗ੍ਰੰਥੀ ਸਿੰਘ ਜੇ ਗੁਰਦੁਆਰਾ ਸਾਹਿਬ ਦੀ ਡਿਊਟੀ ਕਰਦੇ ਐ, ਤੇ ਅਸੀਂ ਇਹੀ ਕਹਿੰਦੇ ਆ ਵੀ ਜੇ ਤੂੰ ਰਿਸ਼ਤੇਦਾਰੀ 'ਚ ਵੀ ਜਾਣਾ ਤਾਂ ਆਪਣੀ ਜਗ੍ਹਾ ਬੰਦਾ ਵੀ ਛੱਡ ਕੇ ਜਾ, ਆਪਣੀ ਜਗ੍ਹਾ ਇੱਥੇ ਡਿਊਟੀ ਵੀ ਲਾ ਕੇ ਜਾ। ਜੇ ਸਵੇਰੇ ਕਿਤੇ ਜਾਣਾ ਤਾਂ ਸ਼ਾਮ ਦੇ ਨਿਤਨੇਮ ਤੋਂ ਪਹਿਲਾਂ ਤੂੰ ਆਉਣਾ ਚਾਹੀਦਾ ਹੈ। ਮਤਲਬ ਬਾਬਾ ਜੀ ਪਿੰਡਾਂ ਦੇ ਬਹੁਤੇ ਪਿੰਡਾਂ ਦੇ ਵਿੱਚ ਇਦਾਂ ਦਾ ਕੋਈ ਬੰਦਾ ਨਹੀਂ ਜਿਹੜਾ ਆਪ ਡਿਊਟੀ ਨਿਭਾ ਸਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ, ਵੀ ਜੇ ਗ੍ਰੰਥੀ ਸਿੰਘ ਕਿਤੇ ਗਿਆ ਹੋਇਆ ਤੇ ਚਲੋ ਮੈਂ 2 ਦਿਨ ਡਿਊਟੀ ਨਿਭਾ ਦਿੰਦਾ। ਇੱਥੇ ਇੱਕ ਪਰਿਵਾਰ ਸੀ ਆਪਣੇ, ਜੀ ਉਹਨਾਂ ਤੋਂ ਗੱਲ ਹੋਈ, ਕਹਿੰਦੇ ਸਾਡੇ ਗੁਰਦੁਆਰੇ ਕਿਹੜੀ ਆਮਦਨ ਆ? ਜੀ ਤੇ ਮੈਂ ਕਿਹਾ ਜੇ ਆਮਦਨ ਨਹੀਂ, ਤੁਸੀਂ ਆਮਦਨ ਹੀ ਤੁਰੇ ਫਿਰਦੇ ਆ। ਬਿਲਕੁਲ। ਤੇ ਤੁਸੀਂ ਕਿੰਨੀ ਪੈਨਸ਼ਨ ਲੈਂਦੇ ਹੋ? ਤੁਸੀਂ 30,000 ਲੈਂਦਾ, ਦੂਜਾ 35,000 ਲੈਂਦਾ, ਜੀ, ਦੂਜਾ ਜੀ। 30,000 ਲੈਂਦਾ, ਜੀ ਤੇ ਤੁਸੀਂ 2-2,000 ਰੁਪਇਆ ਮਹੀਨੇ ਦਾ ਪਾਓ, ਜੀ 5-5 ਪਾ ਦਿਓ, ਜੀ ਆਮਦਨ ਆਪੇ ਹੀ ਆ। ਬਿਲਕੁਲ ਜੀ। ਠੀਕ ਹੈ ਜੀ। ਤੁਸੀਂ ਆਮਦਨ ਹੁਣ ਇੱਥੇ ਚਾਈਨਾ ਵਾਲਿਆਂ ਨੇ ਥੋੜਾ ਮੱਥਾ ਟੇਕਣਾ ਪਿੰਡ ਦੇ ਗੁਰਦੁਆਰੇ, ਬਿਲਕੁਲ ਜੀ। ਜਾਂ ਜਾਪਾਨ 'ਚ ਥੋੜਾ ਹੋਣਾ ਜੀ, ਬਿਲਕੁਲ ਜੀ। ਮੱਥਾ ਤਾਂ ਆਪਾਂ ਹੀ ਟੇਕਣਾ, ਸੱਚੀ ਤੇ ਗੱਲ। ਆਮਦਨ ਤੁਹਾਡੀ ਆ। ਜੀ। ਜੇ ਤੁਸੀਂ ਰੁਪਈਆ ਚੜਾਉਣਾ ਤੇ ਗੁਰਦੁਆਰੇ ਦੀ ਆਮਦਨ ਕਿੱਥੋਂ ਆਉਣੀ? ਬਿਲਕੁਲ ਜੀ। ਤੁਸੀਂ 500 ਚੜਾਉਣ ਲੱਗ ਪਏ ਤੇ ਆਮਦਨ ਪਾ ਜਾਂਦੀ। ਆਮਦਨ ਹੋ ਜਾਣੀ ਹੈ।
ਹੁਣ ਤੁਸੀਂ ਤਨਖਾਹਾਂ ਲੈਂਦੇ ਆ, ਪੈਨਸ਼ਨਾਂ ਲੈਂਦੇ ਆ, ਤੁਸੀਂ ਚਾਹੁੰਦੇ ਸਾਡਾ ਬੱਚਾ ਸਰਕਾਰੀ ਡਿਊਟੀ ਕਰੇ, ਜੀ ਸਾਡਾ ਲੱਖ ਨਾਲ ਨਹੀਂ ਸਰਦਾ, ਸਾਡਾ 70,000 ਨਾਲ ਨਹੀਂ ਸਰਦਾ, ਜੀ ਤੇ ਗ੍ਰੰਥੀ ਦਾ ਤੁਸੀਂ ਕਹਿੰਦੇ 5,000 ਨਾਲ ਸਰ ਜੂ। ਜੀ ਜੀ ਇਸ ਕਰਕੇ ਆਮਦਨ ਕਿਤੇ ਨਹੀਂ ਆਉਣੀ, ਆਮਦਨ ਤੁਹਾਨੂੰ ਵਧਾਉਣੀ ਪੈਣੀ ਆ। ਜੀ ਤੁਸੀਂ ਸੋਚੋਗੇ ਤੁਸੀਂ ਮਹਾਰਾਜ ਨੇ ਤਾਂ ਹੀ ਕਿਹਾ ਦਸਵੰਧ ਕੱਢੋ। ਜੀ ਜੇ ਤੁਹਾਨੂੰ ਤਨਖਾਹ ਮਿਲਦੀ 70,000 ਦਾ 7,000 ਦਸਵੰਧ ਬਣਦਾ, ਜੀ ਦਸਵੰਧ ਪਾ ਦਿਓ, ਦੇਖੋ ਤਾਂ ਆਮਦਨ ਬਣਦੀ। ਕਿਤੇ ਨਾ ਕਿਤੇ ਬਾਬਾ ਜੀ ਜੇ ਇਹ ਵੀ ਨਾਲ ਦੇਖੀਏ ਪੱਖ ਦੋਨੇ ਹੀ ਹੁੰਦੇ ਆ। ਕਈ ਵਾਰੀ ਹੁਣ ਇੱਕ ਵੀਡੀਓ ਕੱਲ ਦੀ ਬਹੁਤ ਚੱਲਦੀ ਆ, ਮੇਰੇ ਕੋਲ ਵੀ ਆਈ, ਤੁਹਾਡੇ ਕੋਲ ਵੀ ਸ਼ਾਇਦ ਆਈ ਹੋਊਗੀ, ਨਹੀਂ ਤਾਂ ਆ ਜਾਊਗੀ। ਵਰਤ ਨੰਗੇ ਆ ਜੀ, ਹਾਂਜੀ, ਤੇ ਉਹ ਇੱਕ ਸਿੰਘ ਸਾਹਿਬ ਜਿਹੜੇ ਆ ਉਹ 8-10 ਕੁ ਬੀਬੀਆਂ ਨੂੰ ਬਿਠਾ ਕੇ ਜੀ, ਠੀਕ ਹੈ ਜੀ। ਤਾਂ ਉਹ ਵਰਤ ਦੀ ਕਥਾ ਸੁਣਾ ਰਿਹਾ ਹੈ। ਕਿਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਆ ਜੀ ਉਹ। ਮੈਂ ਵੀ ਫੇਸਬੁੱਕ ਤੇ ਦੇਖਿਆ, ਉਹਦੇ ਵਿੱਚ ਲਿਖ ਕੇ ਪਾਇਆ ਜੀ ਕਿ ਜਿਹੜੇ ਰਾਗੀ ਸਿੰਘ, ਢਾਡੀ ਸਿੰਘ, ਪ੍ਰਚਾਰਕ ਸਿੰਘ, ਗ੍ਰੰਥੀ ਸਿੰਘ, ਜੀ ਉਹਨਾਂ ਦੀ ਬੀਬੀਆਂ ਵਰਤ ਰੱਖਦੀਆਂ, ਜੀ ਉਹਨਾਂ ਦੇ ਬੀਬੀ ਜਿਹੜੇ ਪਰਿਵਾਰ ਆ ਉਹ ਆ ਮੰਦਰਾਂ ਨਰਾਤਿਆਂ ਤੇ ਮੰਦਰਾਂ ਦੇ ਮੱਥਾ ਟੇਕਣ ਜੀ ਜਾਂਦੇ ਆ। ਜੀ ਚਲੋ ਜਾਣ, ਹਿੰਦੂ ਧਰਮ ਦਾ ਧਰਮ ਆ, ਉਹ ਜਾਣ, ਜੀ। ਉਹਨਾਂ ਨੂੰ ਸੋਭਦਾ। ਉਹਨਾਂ ਹੁਣ ਨੂੰ ਸਾਡੇ ਮੁਬਾਰਕ। ਪਰਿਵਾਰ, ਸਾਡੇ ਬੱਚੇ ਜਾਣ, ਜੀ। ਖਾਣਾ ਸੀ ਗੁਰਦਾਰੇ ਦਾ, ਜੀ ਤੇ ਜਾਈਏ ਉੱਥੇ, ਜੀ। ਇਹ ਸੋਭਾ ਨਹੀਂ ਦਿੰਦਾ। ਜੀ ਜੀ ਇਹੋ ਜਿਹੇ ਗ੍ਰੰਥੀ ਜੇ ਤੁਹਾਨੂੰ ਦੀਦੇ ਆ, ਉਹਨਾਂ ਤੋਂ ਸਮਾਂ ਕਿਨਾਰਾ ਕਰਨਾ ਚਾਹੀਦਾ। ਜੀ ਜੀ ਜੇ ਤੁਸੀਂ ਵਧੀਆ ਗ੍ਰੰਥੀਆਂ ਦਾ ਸਤਿਕਾਰ ਕਰੋਗੇ, ਚੰਗੇ ਚੰਗੇ ਗ੍ਰੰਥੀ ਤੁਹਾਡੇ ਕੋਲ ਆਉਣਗੇ। ਇਹ ਵੀ ਕਿਹਾ ਜਾ ਸਕਦਾ ਬਾਬਾ ਜੀ ਵੀ ਹੋ ਸਕਦਾ ਅਗਲਾ ਕਹੇ ਮੇਰਾ ਕਿਹੜਾ ਸਰਦਾ, ਉੱਥੋਂ ਕੁਛ ਆਊਗਾ ਹੀ। ਹਾਂਜੀ, ਇਸੇ ਵਾਸਤੇ ਸੁਣਾਉਂਦੇ ਜੀ। ਇਸੇ ਕਰਕੇ ਹੀ ਹੋ ਰਿਹਾ ਜੀ। ਕਈ ਆ ਜੀ ਰਮਾਇਣ ਪੜ੍ਹਨ ਚੱਲ ਜਾਂਦੇ, ਕੋਈ ਗੀਤਾ ਪੜ੍ਹਨ ਚੱਲ ਜਾਂਦੇ ਜੀ, ਆ, ਪਰ ਜੀ। ਉਹਨੇ ਅੰਮ੍ਰਿਤ ਤਾਂ ਨਹੀਂ ਛਕੇ, ਜੀ ਪਰ ਅਖੰਡ ਪਾਠ ਵੀ ਕਰਦੇ। ਜੀ। ਅਸੀਂ ਉਹਨਾਂ ਲੋਕਾਂ ਨੂੰ ਜ਼ਿਆਦਾ ਸਨਮਾਨ ਦਿੰਦੇ ਆ, ਜੀ। ਕਿਉਂਕਿ ਸਸਤੇ ਮਿਲ ਜਾਂਦੇ ਆ ਜੀ। ਬਿਲਕੁਲ ਜੀ। ਤੇ ਤੁਸੀਂ ਵਧੀਆ ਹੁਣ ਭੇਟਾ ਜਦੋਂ ਦੇਣੀ ਹੈ ਅਖੰਡ ਪਾਠ ਦੀ, ਹੁਣ ਕਹਿੰਦੇ ਪਾਠੀ ਨਹੀਂ ਮਿਲਦੇ, ਜੀ ਮੈਂ ਬੜੇ ਬੜੇ ਵਧੀਆ ਸੰਪਰਦਾਵਾਂ 'ਚ ਪਾਠੀ ਮਿਲ ਜਾਂਦੇ ਆ। ਤੁਸੀਂ ਜੀ। ਉਹਨਾਂ ਨੂੰ ਸਤਿਕਾਰ ਨਾਲ ਵਧੀਆ ਭੇਟਾ ਦਿਓ, ਉਹਨਾਂ ਦਾ ਵਧੀਆ ਸਤਿਕਾਰ ਕਰੋ, ਜੀ ਤਾਂ ਕਿ ਅਗਲੇ ਬੱਚੇ ਆਟੋਮੈਟਿਕ ਹੀ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਆ ਜੀ। ਜੀ ਜੀ ਪ੍ਰਚਾਰ ਵਾਲੇ ਪਾਸੇ ਆ ਜਾਈਏ ਬਾਬਾ ਜੀ, ਜੇ ਤਾਂ ਕਈ ਵਾਰੀ ਹੁੰਦਾ ਸੰਗਤ ਕਿਸੇ ਪ੍ਰਚਾਰਕ ਨੂੰ ਬੁਲਾਉਣਾ ਚਾਹੁੰਦੀ ਹੈ, ਜਿਹੜਾ ਤਾਂ ਕੋਈ 1 ਲੱਖ ਰੁਪਈਆ 70,000 ਮੰਗਦਾ ਹੈ, ਹਾਂਜੀ ਉਹ ਦਿੱਤਾ ਵੀ ਜਾਂਦਾ ਜੀ। ਹਾਂਜੀ ਤੇ ਜਿਹੜਾ ਕੋਈ ਗੁਰੂ ਕਾ ਪਿਆਰਾ ਕੀਰਤਨੀਆ ਕਹਿ ਦੇਵੇ ਭਾਈ ਕਦੇ ਮੰਗਿਆ ਨਹੀਂ, ਵੀ ਤੁਹਾਨੂੰ ਪਤਾ ਹੀ ਹੈ, ਹਾਂਜੀ ਉਹਨੂੰ 2100-3100 ਉਸੇ ਗੁਰਦੁਆਰੇ ਚੋਂ ਦੇ ਕੇ ਮੋੜਿਆ ਜਾਂਦਾ ਜੀ। ਹਾਂਜੀ ਬਿਲਕੁਲ ਜੀ। ਇਹ ਕਿਤੇ ਨਾ ਕਿਤੇ ਫਿਰ ਜੇ ਕਹੀਏ ਫਿਰ ਮੰਗੇ ਬਿਨਾਂ ਸਰਦਾ ਵੀ ਨਹੀਂ ਜੀ। ਨਹੀਂ ਜੀ, ਆਪਣੇ ਆਪ ਤਾਂ ਕੋਈ ਏਡਾ ਹੈ ਹੀ ਨਹੀਂ ਵੀ ਜਿਹੜਾ ਤੁਹਾਨੂੰ। ਇਹ ਤਾਂ ਸਾਡੇ ਇੱਕ ਜੀਵਨ ਦਾ ਤਜਰਬਾ ਹੈ। ਚਲੋ ਤੁਸੀਂ ਅੱਜ ਜੀ ਲੱਗੇ, ਕੱਲ ਆਪਣੇ ਦਿਲ ਦੀਆਂ ਗੱਲਾਂ ਕਰਨ ਵਾਲੀ ਗੱਲ ਹੈ। ਬਿਲਕੁਲ ਜੀ। ਸਾਡੇ ਪਿਤਾ ਜੀ ਜਿਨ੍ਹਾਂ ਦੇ ਸੰਗਤ ਵੀ ਸਾਰੀ ਮੰਨਦੀ ਹੈ ਕਿ ਉਹ ਕਦੇ ਪੈਸੇ ਨੂੰ ਅੜਦੇ ਨਹੀਂ, ਜੀ ਕਦੇ ਪੈਸੇ ਮੰਗਦੇ ਨਹੀਂ। ਜੀ ਜੀ ਉਹਨਾਂ ਨੂੰ ਕਈ ਵਾਰ ਕਹਿੰਦੇ ਭੇਟਾ, ਇੱਕ ਪਰਿਵਾਰ ਇੱਥੇ ਦੱਸਦਾ ਕਹਿੰਦਾ ਅਸੀਂ ਤਾਂ ਭੇਟਾ ਦਿੱਤੀ ਵੀ ਨਹੀਂ, ਜੀ ਚੇਤਾ ਹੀ ਭੁੱਲ ਗਿਆ, ਜੀ ਜੇਬੀ 'ਚ ਪਾ ਲਈ ਤੇ ਚੇਤਾ ਭੁੱਲ ਗਿਆ ਦੇਣ ਦਾ। ਜੀ ਕਹਿੰਦੇ ਬਾਬਾ ਚੁੱਪ ਕਰਕੇ ਆ ਗਏ, ਉਹਨੇ ਨਾ ਭੇਟਾ ਕਿਸੇ ਨੂੰ ਮੰਗੀ ਨਹੀਂ। ਅੱਛਾ ਜੀ। ਤੇ ਜਦੋਂ ਬਾਅਦ ਵਿੱਚ ਮੈਂ ਹੱਥ ਮਾਰਿਆ, ਕਹਿੰਦਾ ਜੇਬ ਵਿੱਚ, ਤੇ ਮੈਂ ਕਿਹਾ ਭੇਟਾ ਤਾਂ ਮੇਰੇ ਕੋਲ ਰਹਿ ਗਈ। ਕਹਿੰਦਾ ਅਣਖੀ ਸਾਹਿਬ ਨੂੰ ਭੇਟਾ ਨਹੀਂ ਦਿੱਤੀ। ਜੀ ਕਹਿੰਦੇ ਨਹੀਂ, ਕਹਿੰਦਾ ਉਹਨੇ ਮੰਗੀ ਨਹੀਂ, ਚੱਲ ਵੀ ਗਏ। ਕਹਿੰਦਾ ਅਸੀਂ ਬਾਅਦ ਵਿੱਚ ਭੇਟਾ ਦੇ ਕੇ ਗਏ। ਠੀਕ ਹੈ ਕਹਿੰਦਾ ਉਹ ਭੇਟਾ ਮੰਗਦੇ ਨਹੀਂ ਕਿਸੇ ਤੋਂ, ਜੋ ਕਿਸੇ ਨੇ ਦਿੱਤਾ ਤਾਂ ਵੀ ਠੀਕ ਆ, ਨਾ ਦਿੱਤਾ ਤਾਂ ਵੀ ਠੀਕ ਹੈ। ਜੀ ਜੀ ਤੇ ਪਰ ਮੈਨੂੰ ਅਫਸੋਸ ਉਸ ਦਿਨ ਆਇਆ ਜਿਸ ਦਿਨ ਉਹ ਬਿਮਾਰ ਹੋ ਗਏ। ਜੀ ਬਿਮਾਰ ਹੋ ਗਏ ਤੇ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਵੀ ਬਾਬੇ ਤੁਹਾਡੇ ਬਿਮਾਰ ਆ, ਜੀ ਵੀ ਇਲਾਜ ਵਾਸਤੇ ਜੋ ਪੈਸੇ ਦੀ ਲੋੜ ਹੋਵੇ ਜੀ ਜਾਂ ਕਿਸੇ ਚੀਜ਼ ਦੀ ਲੋੜ ਹੋਵੇ ਸਾਨੂੰ ਦੱਸਿਓ। ਅਭੀ ਉਹਨਾਂ ਨੇ ਫ੍ਰੀ ਸੇਵਾ ਕੀਤੀ ਹੈ ਹਾਂਜੀ, ਸਾਰੀ ਵੀ ਉਹ ਉਮਰ। ਫ੍ਰੀ ਸੇਵਾ, ਸਾਰੇ ਸਿਫਤਾਂ ਕਰਦੇ ਆ ਜੀ। ਉਹ ਜੀ। ਬੜਾ ਵਧੀਆ ਕੀਰਤਨ ਕਰਦੇ ਜੀ ਸੀ। ਜੀ 84 ਵਿੱਚ ਉਹਨੇ ਬੜਾ ਵੱਡਾ ਯੋਗਦਾਨ ਪਾਇਆ, ਜੀ ਇੰਦਰਾਂ ਦੇ ਸਰਕਾਰਾਂ ਦੇ ਵਿਰੁੱਧ ਬੋਲਿਆ ਜੀ ਤੇ ਘਰਾਂ 'ਚ ਭਗੌੜੇ ਰਹੇ। ਉਹ ਤਾਂ ਘਰ ਵੜਦੇ ਨਹੀਂ ਹੁੰਦੇ ਸੀ, ਮੈਨੂੰ ਠੀਕ ਹੈ ਚੇਤਾ ਜੀ। ਫਿਰ ਜੇਲ੍ਹਾਂ ਵੀ, ਜੇਲ੍ਹ ਦੇ ਵਿੱਚ ਵੀ ਗਏ, ਜੇਲ੍ਹ ਵੀ ਕੱਟੀ ਉਹਨੇ ਜੀ ਇਸੇ ਪ੍ਰਚਾਰ ਵਾਰ। ਉੱਦਾਂ ਤਾਂ 8-9 ਵਾਰ ਗਏ ਜੀ, ਜੀ ਜੀ ਪਰ ਕਦੇ 10 ਦਿਨ 12 ਦਿਨ, ਤੇ ਜਿਹੜੀ ਲੰਮੀ ਜੇਲ੍ਹ ਸੀ ਉਹ ਸ਼ਾਇਦ 3 ਮਹੀਨੇ ਦੀ ਹੁਸ਼ਿਆਰਪੁਰ ਕੱਟੀ ਸੀ। ਠੀਕ ਹੈ ਜੀ। ਉਹ ਬਸ ਸਿਰਫ ਇਸੇ ਪ੍ਰਚਾਰ ਵਿੱਚ ਹੀ ਜੀ ਜੀ ਕਿ ਇਹ ਗਵਰਨਮੈਂਟ ਦੇ ਵਿਰੁੱਧ ਪ੍ਰਚਾਰ ਕਰਦੇ। ਜੀ ਜੀ ਤੇ ਜਦੋਂ ਉਹ ਬਿਮਾਰ ਹੋਏ, ਕਿਸੇ ਨੇ ਨਹੀਂ ਮੈਨੂੰ ਪੁੱਛਿਆ ਕਿ ਬਾਬਾ ਜੀ ਤੁਹਾਨੂੰ ਕਿਸੇ ਮਾਇਆ ਦੀ ਲੋੜ ਹੈ, ਵੀ ਇਹਨਾਂ ਦੇ ਇਲਾਜ ਵਾਸਤੇ ਤੁਹਾਡੇ ਕੋਲ ਹੈ ਕੁਛ ਕਿ ਨਹੀਂ ਹੈ। ਜੀ 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 ਤੇ ਮੈਨੂੰ ਇਸ ਗੱਲ ਦਾ ਇਤਰਾਜ਼ ਵੀ ਸੀ ਜੀ ਵੀ ਉਹਨਾਂ ਨੂੰ ਪੁੱਛਣਾ ਚਾਹੀਦਾ। ਚਲੋ ਸਾਡੇ ਕੋਲ ਭਾਵੇਂ ਪੂੰਜੀ ਸੀ, ਆਪਾਂ ਇਲਾਜ ਕਰਾਇਆ ਉਹਨਾਂ ਦਾ, ਜੀ ਜਿਹਨੇ ਅਸੀਂ 2 ਭਾਈ ਸੀ, ਬਿਲਕੁਲ ਜੀ ਇਲਾਜ ਕਰਾਇਆ। ਜੀ ਪਰ ਇੱਕ ਸਿੰਘ ਸੀ, ਮੈਨੂੰ ਉਹ ਵੀ ਯਾਦ ਆ, ਜੀ। ਉਹਨੇ ਮੈਨੂੰ ਫੋਨ ਕਰਕੇ ਕਿਹਾ, ਇੱਕੋ ਹੀ ਸਿੰਘ ਸੀ ਏਡਾ ਵੱਡਾ ਪੰਜਾਬ 'ਚ ਆਪਣਾ, ਜੀ ਇੱਕ ਸਿੰਘ ਨੇ ਕਿਹਾ ਕਿ ਅਣਖੀ ਸਾਹਿਬ ਦਾ ਇਲਾਜ ਹੋਣਾ ਚਾਹੀਦਾ, ਜੀ ਜੇ ਪੈਸੇ ਦੀ ਕਮੀ ਹੈ ਤੇ ਮੈਨੂੰ ਦੱਸੋ, ਮੈਂ ਆਪਣਾ ਕਿੱਲਾ ਵੇਚ ਦਿੰਦਾ ਜ਼ਮੀਨ ਦਾ, ਕਿਆ ਤੇ ਉਹਨਾਂ ਦਾ ਇਲਾਜ ਜੀ, ਕਰਾਓ। ਜੀ ਇੱਕ ਸਿੰਘ ਇਹੋ ਜਿਹਾ ਨਿਤਰਿਆ ਵੀ, ਜੀ ਜੀ ਆਪਾਂ ਅੱਜ ਉਹ ਚੜਾਈ ਕਰਕੇ ਆਪਾਂ ਉਹਨੂੰ ਯਾਦ ਕਰਦੇ ਹਾਂ ਜੀ ਜੀ ਤੇ ਉਹਦੀ ਪਿੱਠ ਸੁਣਨ ਦੀ ਕਹਿ ਲਓ, ਹਨਾ। ਜੀ ਪਰ ਉਦਾਂ ਕੋਈ ਨਹੀਂ ਪੁੱਛਦਾ ਜੀ। ਬਿਲਕੁਲ ਜੇ ਆਪਾਂ ਫ੍ਰੀ ਪ੍ਰਚਾਰ ਅਸੀਂ ਅੱਜ ਵੀ ਕਰਨ ਨੂੰ ਤਿਆਰ ਹਾਂ। ਮੈਨੂੰ ਬੰਦਾ ਕਹਿੰਦਾ ਤੁਸੀਂ ਬਾਣੀ ਮੁੱਲ ਵੇਚਦੇ ਆ, ਜੀ ਤੁਸੀਂ ਭੇਟਾ ਮੰਗਦੇ। ਚਲੋ ਅਸੀਂ ਕਹਿੰਦੇ ਜਾਇਜ਼ ਭੇਟਾ ਮੰਗਣੀ ਚਾਹੀਦੀ, ਨਜਾਇਜ਼ ਨਹੀਂ ਮੰਗਣੀ ਚਾਹੀਦੀ, ਜਿੰਨਾ ਸਾਡੇ ਖਰਚ ਬਰਚ ਸਾਨੂੰ ਮਿਲਣੇ ਚਾਹੀਦੇ ਵਾਧੂ, ਹਨਾ। ਜੀ ਜੀ ਤੇ ਪਰ ਜਾਇਜ਼ ਹੋਵੇ। ਪਰ ਜੀ। ਕਈ ਕਹਿੰਦੇ ਤੁਸੀਂ ਬਾਣੀ ਮੁੱਲ ਵੇਚਦੇ ਆ। ਜੀ ਮੈਂ ਕਿਹਾ ਬਾਣੀ ਤਾਂ ਚਲੋ ਮੈਂ ਫ੍ਰੀ ਕਰਦਾ। ਜੀ ਮੈਨੂੰ ਬੰਦਾ ਕਹਿੰਦਾ ਇਹ ਬਾਣੀ ਮੁੱਲ ਵੇਚਦੇ, ਖੰਡ ਪਾਠੀ ਭੇਟਾ ਮੰਗਦੇ, ਪੈਸੇ ਮੰਗਦੇ। ਜੀ ਮੈਂ ਕਿਹਾ ਤੂੰ ਦੁਨੀਆ ਦੀ ਛੱਡ, ਮੈਂ ਤਾਂ ਸ਼ੁਰੂ ਕਰਦਾ। ਜੀ ਇਹ ਖੰਡ ਪਾਠ ਵੀ ਅੱਜ ਤੋਂ ਬਾਅਦ ਫ੍ਰੀ ਕਰੂੰਗਾ, ਕੀਰਤਨ ਵੀ ਫ੍ਰੀ ਕਰੂੰਗਾ, ਜੀ ਮੈਂ ਕੁਛ ਨਹੀਂ ਤੁਹਾਡੇ ਤੋਂ ਮੰਗਦਾ। ਜੀ
ਜਿਹੜੇ ਸਕੂਲਾਂ 'ਚ ਤੁਹਾਡੇ ਨਿਆਣੇ ਪੜ੍ਹਦੇ ਆ ਜੀ ਉਹਨਾਂ ਸਕੂਲਾਂ 'ਚ ਸਾਡੇ ਬੱਚੇ ਪਾ ਦਿਓ। ਆ ਬਿਲਕੁਲ ਜੀ। ਠੀਕ ਹੈ ਜੀ। ਜੀ ਜਿੱਦਾਂ ਕਿ ਘਰ ਤੁਹਾਡਾ ਆ ਜੀ। ਉਦਾਂ ਦਾ ਘਰ ਸਾਨੂੰ ਬਣਾ ਦਿਓ। ਹਾਂਜੀ ਫਿਰ ਜਿੰਨਾ ਕਿ ਤੁਹਾਡੇ ਕੋਲ ਸਿਸਟਮ ਜਿੱਦਾਂ ਦੇ ਜੀਵਨ ਤੁਸੀਂ ਕੱਟਦੇ, ਇਹ ਨਹੀਂ ਚਾਹੁੰਦੇ ਕਿ ਤੁਹਾਡੇ ਤੋਂ ਵਧੀਆ ਸਾਨੂੰ ਜੀਵਨ ਹੋਵੇ। ਜੀ ਆਪਣੇ ਨੂੰ 2-3% ਸਾਨੂੰ ਥੱਲੇ ਦੇ ਦਿਓ, ਜੀ ਪਰ ਸਾਨੂੰ ਆਪਣੇ ਨਾਲ ਲਾ ਕੇ ਰੱਖੋ। ਠੀਕ ਹੈ ਤੇ ਸਾਨੂੰ ਕੋਈ ਲੋੜ ਨਹੀਂ, ਅਸੀਂ ਨਹੀਂ ਮੰਗਾਂਗੇ। ਜੀ ਹੁਣ ਅਸੀਂ ਗ੍ਰੰਥ ਪੜ੍ਹ ਕੇ ਇਤਿਹਾਸ ਪੜ੍ਹਨਾ ਹੁੰਦਾ, ਜੀ 2 ਘੰਟੇ ਇਤਿਹਾਸ ਪੜ੍ਹਨਾ, 4 ਗ੍ਰੰਥ ਪੜ੍ਹੋ ਤੇ 1 ਪ੍ਰਸੰਗ ਬਣਦਾ। ਮਸੀਂ ਜੀ। ਫਿਰ ਉਹਦੇ ਵਿੱਚ ਵੀ ਨੁਕਤਾਚੀਨੀ ਵਾਲੇ ਹੁੰਦੇ ਆ, ਜੀ। ਫਿਰ ਕਿਸੇ ਨੂੰ ਸਵਾਲ ਦਾ ਜਵਾਬ ਦੇਣਾ, 7 ਗ੍ਰੰਥ ਹੋਰ ਪੜ੍ਹਨੇ ਪੈਂਦੇ ਆ। ਜੀ ਜੀ ਫਿਰ ਜਾ ਕੇ ਇੱਕ ਸਵਾਲ ਦਾ ਜਵਾਬ ਦਿੰਦਾ। ਜੀ ਜਿਹੜਾ ਸਵਾਲ ਕਰਨ ਵਾਲਾ ਉਹ ਤਾਂ ਵਿੱਚੋਂ ਉੱਠ ਕੇ ਆਉਂਦਾ ਜੀ ਆਹ ਇਦਾਂ ਨਹੀਂ ਹੋਣੀ ਚਾਹੀਦੀ। ਜੀ ਜੀ ਉਹ ਮੈਨੂੰ ਇੱਕ ਦਿਨ ਬੰਦਾ ਇੱਥੇ ਗਏ ਤੇ ਕਹਿਣ ਲੱਗਾ, ਬਾਬਾ ਜੀ ਇਹ ਨਾਰੀਅਲ ਦੀ ਕੀ ਮਰਜ਼ਾਦਾ ਸਾਡੇ ਵਿੱਚ, ਜੀ ਇਹ ਮਰਜ਼ਾਦਾ ਕਾਹਦੀ ਆ? ਜੀ ਤੇ ਮੈਂ ਉਹਨੂੰ ਪੁੱਛਿਆ, ਭਾਜੀ ਤੁਸੀਂ ਕਿਹੜਾ ਗ੍ਰੰਥ ਪੜ੍ਹਿਆ? ਜੀ ਕਹਿੰਦਾ ਗ੍ਰੰਥ ਤਾਂ ਕੋਈ ਨਹੀਂ ਪੜ੍ਹਿਆ। ਅੱਛਾ ਜੀ। ਮੈਂ ਵੀ ਤੂੰ ਕੋਈ ਕਿਤਾਬ ਪੜ੍ਹੀ ਹੋਵੇ? ਜੀ ਕਹਿੰਦਾ ਪੜ੍ਹਿਆ ਨਹੀਂ ਕੁਛ ਵੀ। ਜੀ ਪਰ ਮੈਂ ਤੂੰ ਕਹਿੰਦਾ ਕਿਹਦੇ ਮਗਰ ਲੱਗਾ? ਜੀ ਕਹਿੰਦਾ ਜੀ ਮੈਂ ਕਿਸੇ ਤੋਂ ਸੁਣਿਆ ਸੀ। ਮੈਂ ਫਿਰ ਮੈਨੂੰ ਸਵਾਲ ਕਰਨ ਦੀ ਬਜਾਏ ਪਹਿਲਾਂ 2 ਗ੍ਰੰਥ ਪੜ੍ਹ ਲਾ ਕੋਈ, ਜੀ ਜੀ ਇਹਦੇ ਬਾਰੇ ਗ੍ਰੰਥ ਆਪ ਪੜ੍ਹ। ਤੇ ਬਿਲਕੁਲ ਨਹੀਂ ਸਵਾਲ ਜਵਾਬ ਲੱਭਦਾ ਫਿਰ ਤੂੰ ਕਿਸੇ ਨੂੰ ਪੁੱਛ ਲੈ। ਕਿਸੇ ਨੂੰ ਪੁੱਛ ਆਪ ਤਾਂ ਪੁੱਛਦਾ ਹੀ ਨਹੀਂ, ਜੀ ਆਪ ਤਾਂ ਪੜ੍ਹਨਾ ਹੀ ਨਹੀਂ, ਕਿਉਂਕਿ ਇੱਕ ਗ੍ਰੰਥ ਪੜ੍ਹਨ ਵਾਸਤੇ ਉਹਨੂੰ 2-4 ਘੰਟੇ ਲੱਗ ਜਾਂਦੇ ਲੱਗ ਜਾਂਦੇ ਜੇ ਛੋਟਾ ਗ੍ਰੰਥ ਹੋਵੇ। ਬਿਲਕੁਲ ਤੇ ਜੇ ਬਾਬੇ ਨਾਨਕ ਦਾ ਜੀਵਨ ਪੂਰਾ ਪੜ੍ਹਨਾ ਪਹਿਲੇ, ਜੀ ਮਹਾਰਾਜ ਪਹਿਲਾਂ ਭੁੱਲੀ ਜਾਂਦਾ, ਨਵਾਂ ਚੇਤੇ ਕਰਨਾ ਪੈਂਦਾ। ਬਿਲਕੁਲ ਇਹ ਸੌਖਾ ਕੰਮ ਨਹੀਂ ਜੀ ਹੈ। ਜੀ ਜੀ ਸਵਾਲ ਕਰਨ ਵਾਲੇ ਤਾਂ ਕਰ ਦਿੰਦੇ ਆ। ਬਿਲਕੁਲ ਜੀ। ਇਸ ਵਾਸਤੇ ਜਿੰਨੀ ਮਿਹਨਤ ਕਰਨੀ ਆ, ਹੁਣ ਗ੍ਰੰਥ ਲੈ ਕੇ ਜਾਓ, 500 ਦਾ ਗ੍ਰੰਥ ਹੈ, 700 ਦਾ ਗ੍ਰੰਥ ਹੈ। ਠੀਕ ਹੈ ਜੀ। ਤੇ ਉਹ ਕਾਹਦੇ ਲਈਏ ਅਸੀਂ, ਜੀ ਜੇ ਆਪਾਂ ਭੇਟਾਂ ਨਹੀਂ ਲੈਂਦੇ? ਬਿਲਕੁਲ ਜੀ। ਪਰਿਵਾਰਾਂ ਦੀ ਸਾਡੇ ਖਰਚੇ, ਅਸੀਂ ਪਰਿਵਾਰ ਸਾਡੀ ਡਿਊਟੀ ਇਸ ਬੰਨੇ ਹੀ ਆ ਜੀ ਕਿ ਸਾਡੀ ਪ੍ਰਚਾਰ ਦੀ ਡਿਊਟੀ, ਅਸੀਂ ਪ੍ਰਚਾਰ ਕਰਨਾ। ਜੀ ਤੇ ਪ੍ਰਚਾਰ ਤਾਂ ਹੀ ਕਰਾਂਗੇ ਜੇ ਸਾਡੇ ਕੋਲ ਟਾਈਮ ਹੋਊਗਾ, ਤੇ ਟਾਈਮ ਤਾਂ ਹੀ ਹੈ ਜੇ ਅਸੀਂ ਇਸ ਕੰਮ ਨੂੰ ਲਾਵਾਂਗੇ। ਬਿਲਕੁਲ। ਤੇ ਜੇ ਅਸੀਂ ਦਿਹਾੜੀ ਕਰਨ ਜਾਣਾ, ਜੇ ਅਸੀਂ ਮਤਲਬ ਖੇਤਾਂ 'ਚ ਕੰਮ ਕਰਨ ਜਾਣਾ, ਜੇ ਅਸੀਂ ਕਿਸੇ ਫੈਕਟਰੀ 'ਚ ਲੱਗਣਾ, ਤੇ ਫਿਰ ਗ੍ਰੰਥ ਕਿਹੜੇ ਵੇਲੇ ਪੜ੍ਹਨੇ? ਜੀ ਜੀ ਜੀ। ਤੇ ਮੈਂ ਤਾਂ ਕਹਿੰਦਾ ਜੇ ਤੁਹਾਨੂੰ ਲੱਗਦਾ ਅਸੀਂ ਬਾਣੀ ਮੁੱਲ ਵੇਚਦੇ ਆ, ਤੇ ਤੁਸੀਂ ਇਦਾਂ ਕਰੋ, ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਲੈ ਕੇ ਆਓ। ਜੀ ਉਹ ਫਰੀ ਬਾਣੀ ਪੜ੍ਹਨ, ਫਰੀ ਅਖੰਡ ਪਾਠ ਕਰਨ। ਬਿਲਕੁਲ। ਤੁਸੀਂ ਨੌਕਰੀ ਕਰਦੇ ਜੇ ਸਾਲ 'ਚ ਅਖੰਡ ਪਾਠ ਫਰੀ ਕਰ ਵੀ ਦਿੱਤਾ, ਤੁਹਾਨੂੰ ਕੀ ਫਰਕ ਪੈਂਦਾ ਜੀ? ਬਿਲਕੁਲ ਜੀ। ਜੇ ਤੁਸੀਂ ਹਰ ਸਾਲ ਅਖੰਡ ਪਾਠ ਤੁਹਾਨੂੰ ਅਸੀਂ ਦਿਆ ਕਰਾਂਗੇ, ਤੁਸੀਂ ਫਰੀ ਕਰੋ, ਜੀ ਨਾ ਅਸੀਂ ਪੈਸੇ ਲਵਾਂਗੇ ਨਾ ਤੁਸੀਂ ਲਿਓ। ਜੀ ਠੀਕ ਹੈ ਜੀ। ਫਿਰ ਇਦਾਂ ਮੰਨਦਾ ਕੋਈ ਨਹੀਂ। ਬਿਲਕੁਲ ਜੀ। ਅਸੀਂ ਕਹਿੰਦੇ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਲਿਆਓ, ਕੀਰਤਨ ਲਿਆਓ। ਜੀ ਜੀ ਠੀਕ ਹੈ ਜੀ। ਜੀ ਬਾਬਾ ਜੇ ਆਪਾਂ ਦੇਖਿਆ ਜਾਵੇ ਤੇ ਹੁਣ ਜਿਵੇਂ ਆਪਾਂ ਪ੍ਰਚਾਰਕ ਦੌਰੇ ਤੇ ਵੀ ਗੱਲ ਕੀਤੀ ਹੈ, ਆਪਾਂ ਰਾਗੀ ਸਿੰਘਾਂ ਬਾਰੇ, ਪਾਠੀ ਸਿੰਘਾਂ ਬਾਰੇ ਵੀ ਗੱਲ ਕੀਤੀ ਹੈ। ਠੀਕ ਹੈ ਜੀ। ਕਿਤੇ ਨਾ ਕਿਤੇ ਜਿਵੇਂ ਆਪਾਂ ਚਲੋ ਨਾਮ ਲੈ ਲੈਂਦੇ, ਕਈ ਧਰਮ ਐਸੇ ਹੈ ਜੇ ਉਹ ਕਹਿੰਦੇ ਜੀ ਸਾਡੇ ਕੋਲ ਆਓ, ਅਸੀਂ ਤੁਹਾਡੇ ਬੱਚੇ ਫ੍ਰੀ ਪੜ੍ਹਾਵਾਂਗੇ। ਠੀਕ ਹੈ ਜੀ। ਸਾਡੇ ਧਰਮ ਵਿੱਚ ਆਓ, ਅਸੀਂ ਤੁਹਾਨੂੰ ਇਲਾਜ ਫ੍ਰੀ ਦੇ ਦੇਵਾਂਗੇ। ਠੀਕ ਹੈ। ਸਾਡੇ ਧਰਮ ਦੇ ਵਿੱਚ ਆਓ, ਅਸੀਂ ਤੁਹਾਡੇ ਇਲਾਜ ਫ੍ਰੀ ਕਰਾਵਾਂਗੇ ਹਸਪੀਟਲਾਂ ਦੇ ਵਿੱਚ। ਅੱਜ ਅਸੀਂ ਇਹ ਵੀ ਸਟੇਜਾਂ ਤੋਂ ਅਸੀਂ ਬੜਾ ਜ਼ੋਰ ਲਾ ਕੇ ਕਹਿੰਦੇ, ਸਾਡੇ ਵੱਡੇ ਪ੍ਰਚਾਰਕ ਵੀ, ਸਾਡੇ ਕੌਮ ਦੇ ਆਗੂ ਵੀ ਕਹਿੰਦੇ ਆ। ਠੀਕ ਹੈ ਵੀ ਧਰਮ ਨਹੀਂ ਛੱਡਣਾ ਚਾਹੀਦਾ। ਹਾਂਜੀ। ਵੀ ਦੂਜੇ ਧਰਮਾਂ ਦੇ ਵਿੱਚ ਨਾ ਜਾਓ, ਫਿਰ ਅਸੀਂ ਦੋਸ਼ ਲਾਉਂਦੇ, ਉਹ ਪੈਸੇ ਦੇ ਕੇ ਖਰੀਦਦੇ ਆ। ਹਾਂਜੀ। ਅੱਜ ਬਾਬਾ ਜੀ ਗਰੀਬ ਨੂੰ ਇਹੀ ਚਾਹੀਦਾ ਵੀ ਜਿਹਦੇ ਸਿਰ 2 ਲੱਖ ਕਰਜ਼ਾ, ਜੀ ਉਹਨੂੰ 4 ਲੱਖ ਅਗਲਾ ਦੇ ਕੇ ਆਪਣੇ ਨਾਲ ਰਲਾ ਲੈਂਦਾ। ਹਾਂਜੀ। ਉਹ ਤਾਂ ਇਹੀ ਕਹਿੰਦਾ ਵੀ ਮੇਰਾ ਕਰਜ਼ਾ ਵੀ ਲੈ ਗਿਆ, 2 ਲੱਖ ਮੇਰੇ ਕੋਲ ਬੈਂਕ 'ਚ ਵੀ ਰਹਿ ਗਿਆ। ਹਾਂਜੀ। ਤੇ ਜੇ ਇਹ ਸਾਡੇ SGPC ਜਾਂ ਸਾਡੀਆਂ ਜਥੇਬੰਦੀਆਂ ਦੇ ਕੋਲ ਕਿਹੜਾ ਮਾਇਆ ਹੈ ਨਹੀਂ ਜੀ। ਹਾਂਜੀ। ਜੇ ਸਾਡੇ ਬੱਚਿਆਂ ਨੂੰ, ਗ੍ਰੰਥੀ ਸਿੰਘਾਂ ਦੇ ਬੱਚਿਆਂ ਨੂੰ, ਰਾਗੀ ਸਿੰਘਾਂ ਦੇ ਬੱਚਿਆਂ ਨੂੰ ਜੇ ਉਹ ਫ੍ਰੀ ਪੜ੍ਹਾ ਦੇਣ ਜਾਂ ਉਹ ਸਹੂਲਤਾਂ ਦੇ ਦੇਣ, ਤਾਂ ਕਿਉਂ ਨਾ ਸਿੱਖੀ ਨਾਲ ਜੁੜਨ ਜੀ ਲੋਕ। ਹਾਂਜੀ। ਕਿਉਂਕਿ ਜਿਹੜਾ ਭੁੱਖੇ ਨੂੰ ਸਿਆਣੇ ਕਹਿੰਦੇ ਰੋਟੀ ਦੀ ਲੋੜ ਆ ਜੀ। ਧਰਮ ਤਾਂ ਉਹ ਬਾਅਦ ਵਿੱਚ ਵੇਖਦਾ। ਬਿਲਕੁਲ ਜੀ। ਹਨਾ ਜੀ। ਭੁੱਖੇ ਨੂੰ ਪਹਿਲਾਂ ਢਿੱਡ ਮਿਲ ਜਾਵੇ, ਢਿੱਡ ਭਰਨ ਨੂੰ ਮਿਲ ਜਾਏ, ਜੀ। ਉਹ ਨਹੀਂ ਦੇਖਦਾ ਵੀ ਮੰਦਿਰ ਚੋਂ ਰੋਟੀ ਆਈ ਆ, ਇਹ ਨਹੀਂ ਵੇਖਦਾ ਗੁਰਦੁਆਰੇ ਤੋਂ ਆਈ ਆ, ਉਹਨਾਂ ਦਾ ਭੁੱਖ ਨਾਲ ਮਤਲਬ ਹੈ ਜੀ। ਤੇ ਇਸੇ ਤਰ੍ਹਾਂ ਅੱਜ ਪਹਿਲੋਂ ਹਰ ਇੱਕ ਬੰਦਾ ਲਾਲਚ ਨਾਲ ਹੀ ਜੁੜਦਾ ਜੀ। ਹੁਣ ਬਾਬਾ ਫਰੀਦ ਸਾਹਿਬ ਦੀ ਆਪਾਂ ਸਾਖੀ ਪੜ੍ਹਦੇ, ਉਹ ਵੀ ਗੁੜ ਦੇ ਲਾਲਚ ਨੂੰ, ਸ਼ੱਕਰ ਦੇ ਲਾਲਚ ਨੂੰ, ਹਨਾ। ਤੇ ਉਹਦੀ ਮਾਤਾ ਨੇ ਆਖਿਆ ਕਿ ਤੈਨੂੰ ਸ਼ੱਕਰ ਮਿਲਣੀ ਆ। ਬਿਲਕੁਲ। ਇੱਕ ਦਿਨ ਸ਼ੱਕਰ ਦੇ ਕਰਕੇ ਉਹ ਇਸ ਲੈਣ ਨੂੰ ਆਏ, ਤੇ ਇੱਕ ਦਿਨ ਜਦੋਂ ਕਿਰਪਾ ਹੋ ਗਈ, ਫਿਰ ਕਿੱਡੇ ਵੱਡੇ ਫਕੀਰ ਬਣ ਗਏ, ਗੁਰੂ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੋ ਗਏ ਜੀ। ਅੱਜ ਉਹਨਾਂ ਨੂੰ ਨਮਸਕਾਰ ਕੀਤੀ ਜਾਂਦੀ। ਜੀ ਜੀ। ਠੀਕ ਹੈ। ਜਿਹੜੀਆਂ ਸਾਡੀਆਂ ਜਥੇਬੰਦੀਆਂ, ਚਲੋ ਸਾਡੀਆਂ ਤਾਂ ਪੂੰਜੀਆਂ ਬਹੁਤ ਘੱਟ ਆ ਨਾ ਜੀ। ਜੀ। ਮੈਂ ਹਿਸਾਬ ਲਾ ਕੇ ਦੇਖਿਆ ਸੀ ਇੱਕ ਦਿਨ ਜੀ ਕਿ ਇਹ ਕੰਮ ਸਾਡੀ ਪਹੁੰਚ ਤੋਂ ਬਹੁਤ ਬਾਹਰ ਆ। ਬਿਲਕੁਲ। ਕਿਉਂਕਿ ਜਿਹੜੇ ਸੰਗਤਾਂ ਇਹ ਵੀ ਉਹਨਾਂ ਦੀ ਸਪੋਰਟ ਕਰਦੀਆਂ ਜਿਹੜੇ ਵੱਡੇ ਜਥੇਦਾਰ ਹੋਣ। ਬਿਲਕੁਲ ਜੀ। ਜਿੱਦਾਂ ਲੈਵਲ ਦੇਖ ਕੇ ਕਰਦੇ ਆ ਬਾਬਾ ਜੀ, ਜਿਨ੍ਹਾਂ ਦਾ ਸਾਨੂੰ 2-2 3-3 ਸਾਲ ਸਮਾਂ ਨਹੀਂ ਨਾ ਮਿਲਦਾ ਜੀ। ਹਾਂਜੀ। ਕਈ ਜੇ ਆਪਾਂ ਪ੍ਰਚਾਰਕ ਸੱਦਣੇ ਹੁਣ, ਅਸੀਂ ਕਹੀਦਾ ਵੀ ਉਹਨਾਂ ਨੂੰ ਸੱਦ ਲਈਏ, ਉਹ ਕਹਿੰਦੇ 2 ਸਾਲ ਸਾਡੇ ਨਾਲ ਗੱਲ ਨਾ ਕਰੋ ਅਜੇ। ਹਾਂਜੀ। ਹਾਂਜੀ। ਉਹ ਦੂਜੇ ਵੱਡੀ ਸਟੇਟ ਤੋਂ ਕਿਤੇ ਤੋਂ ਫੋਨ ਆ ਜਾਏ ਜਾਂ ਵੱਡੀ ਸਟੇਜ ਦਾ ਫੋਨ ਆ ਜਾਏ। ਹਾਂਜੀ। ਹਾਂਜੀ। ਫਿਰ ਸਮਾਂ ਨਿਕਲ ਵੀ ਜਾਂਦਾ ਜੀ। ਹਾਂਜੀ। ਫਰਮਾਇਸ਼ਾਂ ਪੈਂਦੀਆਂ ਜੀ। ਜੀ। ਇੱਥੇ ਜਥਾ ਨਹੀਂ ਮਿਲਦਾ ਸੀ ਜੀ। ਉਹਨੇ ਫਿਰ ਉੱਪਰੋਂ ਫੋਨ ਕਰਵਾਤਾ ਆਪਣੇ ਦਰਬਾਰ ਸਾਹਿਬ ਤੋਂ ਕਿਸੇ ਖਾਸ ਬੰਦੇ ਦਾ। ਜੀ ਜੀ। ਟਾਈਮ ਨਿਕਲਿਆ, ਕਹਿੰਦਾ ਕੋਈ ਗੱਲ ਨਹੀਂ ਜੀ, ਦੂਜੇ ਬੰਨੇ ਜਵਾਬ ਦੇ ਕੇ ਵੀ ਆ ਜਾਂਦੇ ਜੀ। ਫਿਰ ਉਧਰ ਠੀਕ ਨਹੀਂ ਹੈਗੇ ਅਸੀਂ। ਹਾਂਜੀ। ਉੱਥੇ ਪਹੁੰਚ ਮਜਬੂਰੀ ਦੱਸਦੇ ਨਹੀਂ, ਸਾਨੂੰ ਸਿਹਤ ਖਰਾਬ ਹੋ ਗਈ ਜੀ, ਤੁਹਾਨੂੰ ਪਤਾ ਅੱਜ ਕੱਲ੍ਹ। ਜੀ ਜੀ। ਤੇ ਜਿਹੜੇ ਮੈਂ ਤਾਂ ਚਾਹੁੰਦਾ ਜਿੰਨੇ ਛੋਟੇ ਪ੍ਰਚਾਰਕ ਸਾਨੂੰ ਕਹਿ ਲੈਂਦੇ ਆ, ਜੀ ਜੀ, ਠੀਕ ਹੈ, ਛੋਟੇ ਹੀ ਠੀਕ ਆ। ਬਿਲਕੁਲ। ਪਰ ਚਲ ਸਾਨੂੰ ਸੰਗਤ ਪਿਆਰ ਤਾਂ ਦਿੰਦੀਆਂ। ਬਿਲਕੁਲ। ਸਾਨੂੰ ਇਹ ਨਹੀਂ ਸੰਗਤ ਪਿਆਰ ਨਹੀਂ, ਸਾਨੂੰ ਵੱਡੇ ਲੋਕ ਘੱਟ ਪਿਆਰ ਦੇਣ,
ਕੋਈ ਗੱਲ ਨਹੀਂ, ਸਾਨੂੰ ਸੰਗਤ ਪਿਆਰ ਦਿੰਦੀ ਹਾਂ ਬਿਲਕੁਲ ਜੀ। ਆ ਜਿੰਨੇ ਪਰਿਵਾਰਾਂ ਵਿੱਚ ਜਾਈਦਾ ਇੰਨਾ ਮਾਣ ਕਰਦੇ, ਇੰਨਾ ਸਤਿਕਾਰ ਕਰਦੇ ਆ ਜੀ। ਬਾਣੀ ਦਾ ਸਤਿਕਾਰ ਕਰਦੇ, ਬਾਣੀ ਦਾ ਕਰਦੇ ਆ। ਫਿਰ ਕਈ ਵਾਰ ਮਨ 'ਚ ਵੀ ਆਉਂਦੇ ਅਸੀਂ ਇੰਨੇ ਯੋਗ ਵੀ ਹੈ ਨਹੀਂ ਜੀ, ਸਾਨੂੰ ਹੱਦ ਤੋਂ ਜ਼ਿਆਦਾ ਸਤਿਕਾਰ ਦਿੰਦੇ ਜੀ। ਘਰਾਂ ਦੇ ਵਿੱਚ ਬਾਬਾ ਜੀ ਕੇਸ ਨਿਗਾਹ ਨਾਲ ਦੇਖਦੇ ਜਦੋਂ ਅੱਜ ਮਹਾਰਾਜ ਦੇ ਸਰੂਪ ਸੰਗਤ ਘਰਾਂ 'ਚ ਜਾਪ ਕਰਾਉਂਦੀ ਹੈ ਜੀ। ਹਾਂਜੀ ਆਪਾਂ ਪ੍ਰਚਾਰ ਕਰਨ ਜਾਂਦੇ ਹੀ ਰਹੀਦਾ ਘਰਾਂ ਦੇ ਵਿੱਚ, ਹਾਂਜੀ ਗੁਰੂ ਸਾਹਿਬ ਦਾ ਬਰਾਬਰ ਸਤਿਕਾਰ ਨਹੀਂ ਹੋ ਰਿਹਾ ਜੀ। ਹਾਂਜੀ ਬਹੁਤ ਘਰਾਂ 'ਚ ਉਹ ਇਹੀ ਕੁਝ ਘਰ ਹੈਗੇ ਆ ਜਿਹੜੇ ਕਰਦੇ ਆ, ਆਪਾਂ ਸਾਰਿਆਂ ਨੂੰ ਇੱਕ ਰੱਸੇ ਨਹੀਂ ਬੰਨ੍ਹਦੇ, ਪਰ ਬਹੁਤਾਤ ਇਦਾਂ ਹੀ ਆ ਵੀ ਮਹਾਰਾਜ ਦੇ ਸਰੂਪ ਗਏ ਨਹੀਂ ਤੇ ਮਗਰੋਂ ਸ਼ਰਾਬਾਂ ਸ਼ੁਰੂ ਹੋ ਜਾਂਦੀਆਂ। ਉਹੀ ਗੱਲ ਜੀ, ਇਹ ਦੇਖਾ ਦਿਖਾਵਾ ਥੋੜਾ ਜ਼ਿਆਦਾ ਹੁੰਦਾ ਜੀ। ਜੀ ਇਹ ਇੱਥੇ ਅਖੰਡ ਪਾਠ ਕਰਨਾ ਸੀ, ਜੀ। ਉਹ ਕਹਿੰਦੇ ਵੀ ਕੀ ਕਰੀਏ, ਜੀ। ਉਹ ਕਹਿੰਦਾ ਸੁਖਮਨੀ ਸਾਹਿਬ ਕਰਾ ਲਓ, ਕਹਿੰਦਾ ਨਹੀਂ ਅਖੰਡ ਪਾਠ ਕਰਾ ਲਓ, ਰੌਣਕ ਮੇਲਾ ਬੜੀਆ 3 ਦਿਨ ਹੋ ਜਾਂਦਾ। ਠੀਕ ਹੈ, ਰੌਣਕ ਲੱਗੀ ਰਹਿੰਦੀ ਹੈ। ਰੌਣਕ ਨੂੰ ਕਰਾਇਆ ਇਹ ਜਿਹੜਾ ਅਖੰਡ ਪਾਠ ਸਾਹਿਬ ਰੌਣਕ ਲਈ ਜ਼ਿਆਦਾ ਕਰਾਉਂਦੇ ਆ ਜੀ, ਜਿਹੜਾ ਪਿਆਰ ਦੇ ਨਾਲ ਉਹ ਘੱਟ ਕਰਾਉਂਦੇ ਆ। ਜੀ ਜੀ ਜੀ। ਹੁਣ ਅਖੰਡ ਪਾਠ ਸਾਹਿਬ ਕਰਵਾ ਤਾਂ ਲੈਨੇ ਆ ਜੀ, ਬੰਦਾ ਅੰਦਰ ਕੌਣ? ਬਿਲਕੁਲ ਜੀ। ਕੋਈ ਕਰਮਾਂ ਵਾਲਾ ਹੀ ਆ ਘਰ ਜੀ। ਜਿਹਦੇ ਉੱਪਰ ਬਹੁਤੀ ਗੁਰੂ ਦੀ ਕਿਰਪਾ ਹੈ ਜੀ ਜੀ। ਉਹ ਚਾਹੁੰਦੇ ਯਾਰ ਸਾਡੇ ਗੁਰੂ ਸਾਡੇ ਘਰ ਆਏ, ਚਲੋ ਆਪਾਂ 10 ਮਿੰਟ ਹਾਜ਼ਰੀ ਭਰ ਲਈਏ। ਜੀ ਜੀ। ਨਹੀਂ ਤਾਂ ਅੰਦਰ ਬਹਿਣ ਨੂੰ ਕੋਈ ਤਿਆਰ ਨਹੀਂ ਹੁੰਦਾ। ਨਹੀਂ ਤਿਆਰ ਹੁੰਦੇ ਜੀ। ਬਾਬਾ ਜੀ ਆਪਾਂ ਨੌਜਵਾਨ ਪੀੜ੍ਹੀ ਵਾਸਤੇ ਇੱਕ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ, ਤੁਸੀਂ ਵੀ ਮੋਰਚਿਆਂ ਦੇ ਵਿੱਚ ਹਾਜ਼ਰੀ ਭਰੀ ਹੈ। ਹਾਂਜੀ ਹਾਂਜੀ ਸਰਕਾਰ ਨੇ ਜਿਹੜੇ ਕਾਨੂੰਨ ਲਾਗੂ ਕੀਤੇ ਹੈ, ਹਾਂਜੀ। ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਜੀ, ਹਾਂਜੀ ਉਹਦੀ ਬਾਬਤ ਆਪਾਂ ਸੰਗਤਾਂ 'ਚ ਬੇਨਤੀ ਕਰਨੀ ਹੈ ਥੋੜੇ ਸ਼ਬਦਾਂ 'ਚ। ਹਾਂਜੀ, ਇਹ ਕਿਸਾਨਾਂ ਨਾਲ ਧੱਕਾ ਹੀ ਹੋ ਰਿਹਾ ਸਰਕਾਰ ਵੱਲੋਂ। ਜੀ। ਇਹ ਅਸਲ ਕਿਸਾਨਾਂ ਨਾਲ ਨਹੀਂ, ਇਹ ਅਸਲ ਸਿੱਖਾਂ ਨਾਲ ਧੱਕਾ ਹੋ ਰਿਹਾ। ਦਸਤਾਰ ਹੀ ਚੁੱਭਦੀ ਹੈ ਜੀ। ਹਾਂਜੀ, ਇਹ ਸਿੱਖਾਂ ਨਾਲ ਧੱਕਾ ਹੈ। ਪੰਜਾਬ ਨੂੰ ਖਤਮ ਕਰਨਾ ਜੀ, ਮਤਲਬ ਕਿ ਕਿਸਾਨ ਨੂੰ ਖਤਮ ਕਰਨਾ ਨਹੀਂ ਜੀ। ਮੇਨ ਮੁੱਦਾ ਸਿੱਖੀ ਨੂੰ ਖਤਮ ਕਰਨਾ। ਹੁਣ ਜਿੱਦਾਂ ਆਪਾਂ ਸੁਣਦੇ ਆ ਕਿ ਸੜਕਾਂ ਖੋਲ੍ਹਤੀਆਂ, ਰੇਲਾਂ ਖੋਲ੍ਹਤੀਆਂ ਹਾਂਜੀ, ਕਿ ਚਲੋ ਕੋਲਾ ਲੈ ਕੇ ਆਓ। ਹੁਣ ਮੰਤਰੀ ਕਹਿੰਦਾ ਮੈਂ ਨਹੀਂ ਕੋਲਾ ਭੇਜਣਾ। ਬਿਲਕੁਲ ਜੀ। ਮਤਲਬ ਕਿ ਜਦੋਂ ਅਗਲੇ ਰਾਹ ਦੇ ਦਿੱਤਾ, ਜੇ ਤੁਹਾਨੂੰ ਪਰਜਾ ਨਾਲ ਪਿਆਰ ਆ ਜੀ, ਤੁਸੀਂ ਕਿਉਂ ਨਹੀਂ ਭੇਜਣਾ? ਬਿਲਕੁਲ ਜੀ। ਤੁਹਾਨੂੰ ਪਰਜਾ ਨਾਲ ਪਿਆਰ ਨਹੀਂ ਹੈਗਾ, ਤੁਹਾਨੂੰ ਪੰਜਾਬ ਨੂੰ ਖਤਮ ਕਰਨਾ। ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹਨੂੰ ਅਣਖੀ ਸੂਬਾ ਕਿਹਾ ਜਾਂਦਾ। ਬਿਲਕੁਲ। ਜਿੱਥੇ ਧੀ ਭੈਣ ਦੀ ਅਣਖ ਵਾਸਤੇ ਇਹ ਆਪਣਾ ਸਿਰ ਲਾਉਣਾ ਵੀ ਜਾਣਦੇ ਤੇ ਲਵਾਉਣਾ ਵੀ ਜਾਣਦੇ ਜੀ। ਇਹ ਪੰਜਾਬ 'ਚ ਕਣਕ ਆ ਤੇ ਅੱਜ ਸਾਡੀ ਪੰਜਾਬ ਦੀ ਅਣਖ ਨੂੰ ਖਤਮ ਕੀਤਾ ਜਾਂਦਾ ਜੀ। ਅੱਜ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਲਾ ਕੇ, ਪੁੱਠੇ ਕੰਮਾਂ ਵਿੱਚ ਲਾ ਕੇ, ਜੀ। ਅੱਜ ਜਿੰਨੇ ਗਾਉਣ ਵਾਲੇ ਇਕੱਲੇ ਪੰਜਾਬ ਵਿੱਚ ਹੀ ਕਿਉਂ ਪੈਦਾ ਹੋਏ? ਬਿਲਕੁਲ ਜੀ। ਬਾਹਰ ਕਿਤੇ ਸਟੇਟ 'ਚ ਬਹੁਤੇ ਹੈ ਹੀ ਨਹੀਂ। ਹੋਰ ਕਿਤੇ ਅੱਜ ਜਿੰਨਾ ਨਸ਼ਾ ਆ ਇਹ ਸਾਰਾ ਪੰਜਾਬ ਵਿੱਚ ਹੀ ਮਿਲਦਾ ਜੀ। ਜੀ। ਬਾਹਰਲੇ ਇੱਥੋਂ ਤੁਸੀਂ ਅੱਗੇ ਜਾ ਕੇ ਨਸ਼ਾ ਇੱਥੇ ਨਹੀਂ ਕਹਿੰਦੇ। ਜੀ 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 ਜੀ। ਬਾਹਰਲੀ ਸਟੇਟਾਂ 'ਚ ਨਸ਼ਾ ਨਹੀਂ ਮਿਲਦਾ ਕਿਉਂਕਿ ਉੱਥੇ ਲੋਕ ਗਰੀਬ ਆ। ਬਿਲਕੁਲ ਜੀ। ਫਿਰ ਇਹ ਜਿੰਨੇ ਵੀ ਆ ਪਖੰਡੀ ਬਾਬੇ, ਦੇਹਧਾਰੀ ਬਾਬੇ ਗੁਰੂ ਬਣਾ ਕੇ ਭੇਜਦੇ ਆ, ਜੀ, ਉਹ ਵੀ ਪੰਜਾਬ ਵਿੱਚ ਪੈਦਾ ਕਰਦੇ ਆ। ਬਿਲਕੁਲ ਜੀ। ਪੰਜਾਬ ਨੂੰ ਇਹਨੇ ਹਿੱਸਿਆਂ ਵਿੱਚ ਵੰਡ ਦਿੱਤਾ। ਹੁਣ ਸਿੱਖ ਆ, ਮੇਰੇ ਖਿਆਲ 'ਚ 2-250 ਹਿੱਸਿਆਂ 'ਚ ਬਣਦਾ ਹੋਣਾ ਜੀ। ਇਹ ਨਿਰੰਕਾਰੀ ਆ, ਫਲਾਣੇ ਆ, ਹਾਂ ਜੀ, ਇਹ ਦੂਜੇ ਧਰਮ ਦੇ ਆ, ਰਾਜਸਵਾਮੀਆਂ 'ਚੋਂ ਆ, ਇਹ ਸਿੱਖਾਂ 'ਚੋਂ ਹਨਾ। ਜੀ ਜੀ। ਵੰਡ ਕੌਣ ਹੋਇਆ? ਪੰਜਾਬ ਸਿੱਖ ਹੀ ਵੰਡ ਹੋਇਆ। ਸਿੱਖੀ ਸਿੱਖਾਂ ਨੇ ਵੰਡਿਆ। ਬਸ ਕਿਸੇ ਨੂੰ ਕੋਈ ਤਰੀਕਾ ਲਾ ਕੇ, ਕਿਸੇ ਨੂੰ ਕੋਈ ਤਰੀਕਾ ਲਾ ਕੇ ਸਾਨੂੰ ਵੰਡੀ ਜਾਂਦੇ ਆ। ਜੀ। ਮੇਨ ਮੁੱਦਾ ਪੰਜਾਬ ਨੂੰ ਖਤਮ ਕਰਨ ਦਾ ਜੀ। ਜੀ। ਕਿਸਾਨੀ ਖਤਮ ਹੋ ਗਈ। ਕਿਸਾਨੀ ਇੱਥੇ ਕੌਣ ਹੈ? ਪੰਜਾਬੀ ਆ, ਪੰਜਾਬੀ ਹੈ। ਸਿੱਖ ਹੀ ਕਿਸਾਨੀ ਕਰਦਾ ਜੀ। ਦੂਜੇ ਧਰਮ ਦੇ ਲੋਕ ਇੱਥੇ ਕਿਸਾਨੀ ਬਹੁਤ ਘੱਟ ਕਰਦੇ ਆ। ਬਿਲਕੁਲ ਜੀ। ਠੀਕ ਹੈ ਜੀ। ਇਸ ਵਾਰ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ ਸੋਚ ਵਿੱਢੀ ਜਾ ਰਹੀ। ਅਖੀਰ ਦੇ ਵਿੱਚ ਨੌਜਵਾਨ ਵੀਰਾਂ ਵਾਸਤੇ, ਸੰਗਤਾਂ ਵਾਸਤੇ ਕੋਈ ਨਾ ਕੋਈ ਜ਼ਰੂਰੀ ਬੇਨਤੀ ਜਿਹੜੀ ਰਹਿ ਗਈ ਹੋਵੇ ਮੇਰੇ ਕੋਲੋਂ, ਆਪ ਜੀ ਕਰਨੀ ਚਾਹੋ ਤੇ ਜ਼ਰੂਰ ਸਾਡੇ ਚੈਨਲ ਰਾਹੀਂ ਕਰੋ ਜੀ। ਆਪ ਜੀ। ਬਸ ਸਾਡੀ ਤਾਂ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਆ, ਜੀ, ਨੌਜਵਾਨ ਵੀਰਾਂ ਨੂੰ, ਸੰਗਤਾਂ ਨੂੰ, ਭਾਈ ਆਪਾਂ ਗੁਰੂ ਕੀ ਸਿੱਖੀ ਨੂੰ ਜ਼ਰੂਰ ਧਾਰਨ ਕਰੀਏ। ਜੀ। ਆਪਾਂ ਪਖੰਡੀਆਂ ਦਾ ਖੜਾ ਛੱਡ ਕੇ, ਆ ਜਿਹੜੇ ਝੂਠੇ ਆ ਲੋਕ ਜੀ, ਇਹਨਾਂ ਦਾ ਖੜਾ ਛੱਡ ਕੇ ਜੀ, ਤੇ ਆਪਾਂ ਦਿਲੋਂ ਗੁਰੂ ਨਾਲ ਪਿਆਰ ਕਰਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੀਏ। ਕਿਸੇ ਨਾਲ ਪਿਆਰ ਕਰਨ ਦੀ ਆਪਾਂ ਨੂੰ ਲੋੜ ਨਹੀਂ। ਜੀ। ਆਪਾਂ ਜੇ ਪਿਆਰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਕਰਨਾ। ਜੀ। ਕਥਾ ਕੀਰਤਨ ਤੁਸੀਂ ਸੁਣੋਗੇ ਤੇ ਤੁਹਾਡੇ ਮਨ ਤੇ ਆਟੋਮੈਟਿਕ ਫਰਕ ਪੈ ਜਾਏਗਾ। ਜੀ। ਤੁਸੀਂ ਕਥਾ ਕੀਰਤਨ ਤੇ ਜ਼ਿਆਦਾ ਜ਼ੋਰ ਦਿਓ, ਚਾਹੇ ਕਥਾਵਾਚਕ ਜਿੱਦਾਂ ਦਾ ਵੀ ਹੈਗਾ। ਤੁਸੀਂ ਇਹ ਪ੍ਰਚਾਰ ਨੂੰ ਸੁਣੋ, ਫਿਰ ਇਹ ਨਾ ਸੁਣੋ ਕਿ ਸੁਣ ਲਿਆ ਤੇ ਮੰਨ ਲਿਆ। ਜੀ। ਫਿਰ ਉਹਨੂੰ ਸੁਣ ਕੇ ਉਹਨੂੰ ਵਿਚਾਰੋ ਕਿ ਇਹ ਗੱਲ ਸਹੀ ਹੈ ਜਾਂ ਨਹੀਂ। ਹਾਂ, ਬਿਲਕੁਲ ਜੀ। ਠੀਕ ਹੈ ਜੀ। ਅੱਜ ਕੱਲ੍ਹ ਕਈ ਤਰੀਕਿਆਂ ਨਾਲ ਪ੍ਰਚਾਰ ਕੀਤਾ ਜਾਂਦਾ, ਜੀ, ਜਿਨ੍ਹਾਂ ਵਿੱਚ ਸਾਡੇ ਸਿੱਖਾਂ 'ਚ ਦੁਬਿਧਾ ਪੈ ਜਾਂਦੀ ਹੈ। ਜੀ। ਇਸ ਕਰਕੇ ਪ੍ਰਚਾਰ ਨੂੰ ਸੁਣੋ, ਫਿਰ ਉਹਨੂੰ ਆਪਣੇ ਮਨ ਤੇ ਵਿਚਾਰ ਕਰੋ। ਜੀ। ਇਹ ਜਿਹੜਾ ਸਾਇੰਸ ਦਾ ਪ੍ਰਚਾਰ ਆ ਤੇ ਇੱਕ ਰੱਬ ਦਾ ਪਿਆਰ, ਇਹ ਵੱਖਰਾ ਹੈ। ਜੀ। ਜੀ। ਅੱਜ ਲੋਕੀ ਸਾਇੰਸ ਨੂੰ ਜ਼ਿਆਦਾ ਮੰਨਦੇ ਕਿ ਸਾਇੰਸ ਇਦਾਂ ਕਰਦੀ। ਸਾਰੀਆਂ ਗੱਲਾਂ ਸਾਇੰਸ ਦੇ ਤੇ ਨਹੀਂ ਢੁਕੀਆਂ ਜਾ ਸਕਦੀਆਂ। ਇਹ ਜਿਹੜੀ ਕਲਾ ਕੁਦਰਤ, ਇਹ ਪਰਮੇਸ਼ਰ ਨੇ ਰਚੀ ਹੈ, ਇਹ ਵੱਖਰੀ ਆ। ਜੀ। ਜਿਹੜਾ ਪਰਮਾਤਮਾ ਦੇ ਰੰਗ ਹੈ, ਇਹਨੂੰ ਕੋਈ ਨਹੀਂ ਜਾਣ ਸਕਦਾ। ਜੀ। ਕਈ ਕਹਿੰਦੇ ਰੱਬ ਦਿਖਾਓ, ਰੱਬ ਦਿਖਾਇਆ ਨਹੀਂ ਜਾਂਦਾ। ਰੱਬ ਨੂੰ ਮੰਨਣਾ ਪੈਂਦਾ, ਭਾਵਨਾ ਨਾਲ ਅਨੁਭਵ ਕੀਤਾ ਜਾਂਦਾ। ਜਿਵੇਂ ਢਿੱਡ ਪੀੜ ਹੁੰਦੀ ਤੇ ਜੇ ਮੇਰੇ ਵਰਗਾ ਕਵੇ ਦਿਖਾ ਢਿੱਡ ਪੀੜ ਕਿੱਥੇ ਹੁੰਦੀ ਹੈ, ਉਹ ਤੜਫਣਦੇ ਆ। ਹਾਂ, ਬਿਲਕੁਲ ਜੀ। ਇਸ ਵਾਸਤੇ ਇਹਨੂੰ ਮਹਿਸੂਸ ਕੀਤਾ ਜਾਂਦਾ। ਸਾਡੀ ਤਾਂ ਇਹੀ ਬੇਨਤੀ ਸਾਰਿਆਂ ਨੂੰ, ਭਾਈ ਗੁਰਸਿੱਖੀ ਨਾਲ ਜੁੜੋ, ਦਿਲੋਂ ਗੁਰੂ ਨਾਲ ਪਿਆਰ ਕਰੋ, ਦਿਲੋਂ ਸੇਵਾ ਕਰੋ, ਸਿਮਰਨ ਕਰੋ, ਕਿਸੇ ਨੂੰ ਵਿਖਾਲਣ ਦੀ ਲੋੜ ਨਹੀਂ। ਗੁਰੂ ਨੂੰ ਖੁਸ਼ ਕਰਨ ਦਾ ਯਤਨ ਕਰੋ। ਮੈਂ ਦਾਅਵੇ ਨਾਲ ਕਹਿੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਇੱਕ ਦਿਨ ਜ਼ਰੂਰ ਹੋ ਜਾਵੇਗੀ ਜੀ। ਸੋ ਇਹ ਸਾਡੀ ਸਾਰੀਆਂ ਸੰਗਤਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ। ਤੋ ਇਹ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਸੰਗਤ ਦੇ ਰੂਬਰੂ ਹੋਏ ਨੇ
ਬਾਬਾ ਭੁਪਿੰਦਰ ਸਿੰਘ ਜੀ ਅਣਖੀ, ਜਿਨ੍ਹਾਂ ਨੂੰ ਕੋਈ ਐਸਾ ਇਨਸਾਨ ਨਹੀਂ ਹੈਗਾ ਪੰਜਾਬ 'ਚ ਜਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵਾਕਫ ਨਾ ਹੋਵੇ। ਵੱਡੇ ਮਹਾਂਪੁਰਸ਼ਾਂ ਤੋਂ ਲੈ ਕੇ ਸੰਤ ਬਾਬਾ ਰਾਮ ਸਿੰਘ ਜੀ ਅਣਖੀ, ਉਹਨਾਂ ਦੇ ਸਪੁੱਤਰ ਬਾਬਾ ਭੁਪਿੰਦਰ ਸਿੰਘ ਜੀ ਅਣਖੀ ਤੇ ਸਾਡੇ ਵੱਡੇ ਵੀਰਾਂ ਵਰਗੇ ਬਾਬਾ ਹਰਜਿੰਦਰ ਸਿੰਘ ਜੀ ਅਣਖੀ, ਜਿਨ੍ਹਾਂ ਦਾ ਜਥਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰਕ ਦੌਰਿਆਂ ਦੇ ਉੱਤੇ ਆਪ ਜੀ ਨੇ ਸਰਵਣ ਕੀਤਾ ਹੋਇਆ। ਸੋ ਅੱਜ ਸਾਨੂੰ ਬਾਬਾ ਜੀ ਨੇ ਸਮਾਂ ਦਿੱਤਾ, ਅਸੀਂ ਇਹਨਾਂ ਕੋਲ ਪਹੁੰਚੇ ਹਾਂ। ਸੋ ਬੜੀ ਰਮਣੀਕ ਇਹ ਜਗ੍ਹਾ, ਬੜਾ ਰਮਣੀਕ ਅਸਥਾਨ ਹੈ। 6ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਅਗੰਮਗੜ੍ਹ ਸਾਹਿਬ। ਜਦੋਂ ਆਪਾਂ ਮਾਲਪੁਰ ਤੋਂ ਜੈਜੋ ਰੋਡ ਤੇ ਜਾਈਦਾ ਤੇ ਫਤਿਹਪੁਰ ਕੋਠੀ ਪਿੰਡ ਪੈਂਦਾ ਬਾਬਾ ਜੀ। ਹਾਂਜੀ, ਆਪਾਂ ਜਦੋਂ ਮਾਲਪੁਰ ਤੋਂ ਜੈਜੋ ਰੋਡ ਤੇ ਜਾਣਾ ਜੀ, ਰਾਮਪੁਰ ਝੰਜੋਵਾਲ ਤੋਂ ਮੋੜ ਮੁੜਦਾ ਫਤਿਹਪੁਰ ਕੋਠੀ ਜੀ, ਗੁਰਦੁਆਰਾ ਅਗੰਮਗੜ੍ਹ ਸਾਹਿਬ, ਪਾਤਸ਼ਾਹ 6ਵੀਂ ਦਾ। ਸੋ ਤੁਸੀਂ ਵੀ ਕਿਤੇ ਸਮਾਂ ਬਣੇ ਤੇ ਇੱਥੇ ਬੜੇ ਸੁੰਦਰ ਅਸਥਾਨ ਦੇ ਆਪ ਜੀ ਆ ਕੇ ਦਰਸ਼ਨ ਕਰੋ। ਸੋ ਬਾਬਾ ਜੀ ਆਪ ਜੀ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਦਾ ਬਹੁਤ ਬਹੁਤ ਧੰਨਵਾਦ, ਜੋ ਚੇਚੇ ਤੌਰ ਤੇ ਚੱਲ ਕੇ ਸਾਡੇ ਗੁਰੂ ਸਾਹਮਣੇ ਆਏ ਆ ਤੇ ਸਾਨੂੰ ਵੀ ਇਹ ਸੰਗਤਾਂ ਦੇ ਸਾਹਮਣੇ ਜਾਣ ਦਾ ਮੌਕਾ ਦਿੱਤਾ। ਸੋ ਆਪ ਜੀ ਦੇ ਚੈਨਲ ਦਾ ਵੀ ਧੰਨਵਾਦ, ਸੋ ਆਪ ਜੀ ਦਾ ਵੀ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ ਜੀ। ਸੋ ਅਗਲੇ ਹਫਤੇ ਆਪਾਂ ਨਵੀਂ ਸ਼ਖਸੀਅਤ ਦੇ ਨਾਲ, ਨਵੀਆਂ ਵਿਚਾਰਾਂ ਦੇ ਨਾਲ, ਕਿਉਂਕਿ ਅੱਜ ਵੀ ਜਿੰਨੀਆਂ ਵਿਚਾਰਾਂ ਹੋਈਆਂ ਬਹੁਤ ਖੁੱਲੀਆਂ ਵਿਚਾਰਾਂ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਈ ਹੈ ਬਾਬਾ ਜੀ ਹੁਣਾਂ ਨੇ। ਫਿਰ ਵੀ ਜਦੋਂ ਕਿਤੇ ਸਮਾਂ ਬਣਿਆ ਆਪਾਂ ਫਿਰ ਬਾਬਾ ਜੀ ਤੋਂ ਸਮਾਂ ਲੈ ਕੇ ਫਿਰ ਇਸੇ ਤਰ੍ਹਾਂ ਬੈਠ ਕੇ ਵਿਚਾਰ ਕਰਾਂਗੇ। ਸੋ ਅੱਜ ਦੀ ਇਸ ਪ੍ਰੋਗਰਾਮ ਦੀ ਇੰਨੀ ਬੇਨਤੀ ਪ੍ਰਵਾਨ ਕਰਨੀ। ਮੀਡੀਆ ਹਰ ਰਾਏਪੁਰ ਵਾਲੇ YouTube ਚੈਨਲ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਜਿਹੜਾ ਹੈ ਹਰ ਐਤਵਾਰ ਸ਼ਾਮ 6 ਵਜੇ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਦੇ ਵਿੱਚ ਦੇਖਦੇ ਹੋ। ਸੋ ਦੇਖਣ ਵਾਲੀਆਂ ਸੰਗਤਾਂ ਦਾ ਧੰਨਵਾਦ। ਅੱਗੇ ਸੰਗਤਾਂ ਦੇ ਨਾਲ ਇਹ ਬੇਨਤੀਆਂ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ, ਹੋ ਸਕਦਾ ਉਹਨਾਂ ਦਾ ਜਵਾਬ ਮਿਲ ਜਾਵੇ। ਸੋ ਸਾਡੀ ਸਾਰੀ ਚੈਨਲ ਦੀ ਟੀਮ ਦਾ, ਵੀਰ ਗੁਰਿੰਦਰ ਸਿੰਘ ਜੀ, ਵੀਰ ਰਾਹੁਲ ਜੀ, ਸਾਰੇ ਮੀਡੀਆ ਚੈਨਲ ਦੇ ਟੀਮ ਦਾ ਧੰਨਵਾਦ ਹੈ। ਬਾਬਾ ਜੀ ਦੇ ਸਾਰੇ ਪਰਿਵਾਰ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਖਿਮਾ। ਇਸ ਪ੍ਰੋਗਰਾਮ ਦੀ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।